ਧੰਨ ਵਾਹਿਗੁਰੂ ਸਾਹਿਬ ਜੀਓ। ਕਾਮ ਕ੍ਰੋਧ ਲੋਭ ਝੂਠ ਨਿੰਦਾ इनके आप छुड़ावो। एह भीतर ते इनको डार हो, आपन निकट बुलावो। काम क्रोध अर लोभ मोह बिनस जाए अहमेव। नानक प्रभ शरणागति कर प्रसाद गुरुदेव। हम अवगुण भरे एक गुण नाही, अमृत छाड़ बिखै बिक खाई। माया मोह भरम पै पुले, सुत दारा सो प्रीत लगाई। एक उत्तम पंथ सुने हो गुर संगत, कहे मिलंत जम त्रास मिटाई। एक अरदास पाठ की रत की, गुरु रामदास राखो शरणाई। एक अरदास पाठ की रत की, गुरु रामदास राखो शरणाई। सतनाम वाहिगुरु साहिब जीओ। जन्मं ता मरणं हरखं ता सोगं। ओगं ता रोगं। जन्मं ता मरणं हरखं ता सोगं। ओगं ता रोगं। ऊचं ता नीचं। नाना सो मूचं। राजं ता मानं। अभिमानं ता हीनं। परविर्त मार्गं वर्तन्त विनाशनं। गोविंद भजन साध संगेन अस्थिरं। नानक भगवंत भजनासनं। गोविंद भजन साध संगेन अस्थिरं। नानक भगवंत भजनासनं। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब सच्चे सतगुरु जी दी पावन पवित्र हजूरी अंदर
ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਜੋ ਆਪ ਜੀ ਨੇ ਕੀਰਤਨ ਦੇ ਅੰਤ ਵਿੱਚ ਸਰਵਣ ਕੀਤਾ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ, ਦਰਗਹ ਸੱਚ ਖਰੇ। ਜਿਸ ਜਿਸ ਨੇ ਵੀ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕੀਤਾ ਹੈ, ਉਸ ਦੀ ਜ਼ਿੰਦਗੀ ਦਾ ਕੋਈ ਵੀ ਕਾਰਜ ਐਸਾ ਨਹੀਂ, ਚਾਹੇ ਉਹ ਦੁਨਿਆਵੀ ਹੈ ਭਾਵੇਂ ਉਹ ਕਾਰਜ ਪਰਮਾਰਥਕ ਹੈ, ਜਿਸ ਨੇ ਵੀ ਨਾਮ ਧਿਆ ਲਿਆ ਉਹਦੇ ਕਾਰਜ ਮੇਰੇ ਗੁਰੂ ਨੇ ਰਾਸ ਕੀਤੇ ਨੇ। ਹਜ਼ੂਰ ਨੇ ਸ਼ਬਦ ਵਰਤਿਆ ਜਿਨ ਜਿਨ। ਇੱਥੇ ਕੋਈ ਪਾਬੰਦੀ ਨਹੀਂ ਕਿ ਇੱਕ ਜਾਤ ਦਾ, ਇੱਕ ਫਿਰਕੇ ਦਾ, ਇੱਕ ਮਜ਼ਹਬ ਦਾ, ਇਸ ਧਰਮ ਦਾ ਬੰਦਾ ਨਾਮ ਜਪ ਸਕਦਾ ਹੈ। ਹਜ਼ੂਰ ਕਹਿੰਦੇ ਨੇ ਜਿਨ ਜਿਨ ਦਾ ਮਤਲਬ ਹੀ ਇਹ ਵੀ ਜਿਸ ਕਿਸੇ ਨੇ, ਭਾਵੇਂ ਉਹ ਮਰੇ ਹੋਏ ਪਸ਼ੂ ਢੋਣ ਵਾਲਾ ਰਵਿਦਾਸ ਹੋਵੇ, ਭਾਵੇਂ ਉਹ ਕੱਪੜੇ ਬੁਣਨ ਵਾਲਾ ਬਾਬਾ ਕਬੀਰ ਸਾਹਿਬ ਹੋਵੇ, ਭਾਵੇਂ ਘਰ ਘਰ ਦੀਆਂ ਬੁੱਤੀਆਂ ਕਰਨ ਵਾਲੇ ਸੈਣ ਨਾਈ ਜੀ ਹੋਣ, ਮੁੱਕਦੀ ਗੱਲ ਕੀ ਕਿ ਜਿਸ ਨੇ ਵੀ ਨਾਮ ਜਪਿਆ ਮੇਰੇ ਪਿਆਰੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਉਹਦੀ ਲਾਜ ਰੱਖੀ। ਤੇ ਜੇ ਕੋਈ ਜਪ ਕੇ ਦੇਖ ਲਵੇ, ਕੋਈ ਜੀਵਨ ਵਿੱਚ ਤਜਰਬਾ ਕਰਕੇ ਦੇਖ ਲਵੇ, ਤਾਂ ਧਿਆਨ ਰੱਖਣਾ ਫਿਰ ਇਸ ਗੱਲ ਕਹਿਣ ਦਾ ਸਵਾਦ ਹੀ ਕੁਝ ਹੋਰ ਆਉਂਦਾ ਹੈ। ਖੈਰ, ਸਾਹਿਬ ਸ੍ਰੀ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ, ਜਿੱਥੇ ਉਹ ਪਰਮ ਪਿਤਾ ਪਰਮੇਸ਼ਵਰ ਆਪ ਅਗੰਮ ਹੈ, ਅਗੋਚਰ ਹੈ, ਜਿਸ ਵਾਹਿਗੁਰੂ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ, ਤੇ ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕ, ਉਸੇ ਤਰ੍ਹਾਂ ਤੇਰੀ ਬਣਾਈ ਹੋਈ ਇਸ ਕੁਦਰਤ ਅੰਦਰ, ਤੇਰੇ ਬਣਾਏ ਹੋਏ ਇਸ ਸੰਸਾਰ ਦੇ ਅੰਦਰ ਜਿਹੜੇ ਕੌਤਕ ਤੂੰ ਵਰਤਾ ਰਹੇ ਹੈ, ਜਿੱਥੇ ਤੇਰਾ ਅੰਤ ਕੋਈ ਨਹੀਂ, ਉੱਥੇ ਮੇਰੇ ਮਾਲਕਾਂ ਤੇਰੇ ਕੌਤਕਾਂ ਦਾ ਵੀ ਕੋਈ ਅੰਤ ਨਹੀਂ। ਮਹਾਰਾਜ ਕਹਿੰਦੇ ਨੇ ਤੂੰ ਦੋਵੇਂ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ। ਜੇ ਕਿਤੇ ਤੂੰ ਜਨਮ ਬਖਸ਼ਿਆ ਤੇ ਮੇਰੇ ਮਾਲਕ ਜਨਮ ਦੇ ਨਾਲ ਤੂੰ ਮੌਤ ਵੀ ਪੈਦਾ ਕਰ ਦਿੱਤੀ ਹੈ। ਜੇ ਕਿਤੇ ਤੂੰ ਖੁਸ਼ੀ ਪੈਦਾ ਕੀਤੀ ਹੈ, ਖੁਸ਼ੀ ਦੇ ਨਾਲ ਗਮ ਵੀ ਪੈਦਾ ਹੋ ਗਈ ਹੈ। ਮੇਰੇ ਮਾਲਕ ਜੇ ਦੁਨੀਆ ਦੇ ਤੂੰ ਭੋਗ ਪਦਾਰਥ ਪੈਦਾ ਕੀਤੇ ਨੇ ਤੇ ਇਹਨਾਂ ਪਦਾਰਥਾਂ ਵਿੱਚੋਂ ਪੈਦਾ ਹੋਣ ਵਾਲੇ ਰੋਗ ਵੀ ਤੂੰ ਪੈਦਾ ਕਰ ਦਿੱਤੇ ਨੇ। ਜੇ ਕਿਸੇ ਨੂੰ ਤੂੰ ਰਾਜ ਬਖਸ਼ ਦਿੱਤਾ ਤੇ ਰਾਜ ਲੈ ਕੇ ਅਹੰਕਾਰ ਵੀ ਪੈਦਾ ਹੋ ਗਿਆ। ਜਿੱਥੇ ਅਹੰਕਾਰ ਪੈਦਾ ਹੋ ਗਿਆ ਉੱਥੇ ਨਰਾਦਰ ਵੀ ਆਰੰਭ ਹੋ ਗਿਆ। ਸਾਹਿਬ ਕਹਿੰਦੇ ਜਿੱਥੇ ਤੂੰ ਉੱਚੇ ਪੈਦਾ ਕੀਤੇ ਨੇ ਉੱਥੇ ਤੂੰ ਨੀਵੇਂ ਵੀ ਪੈਦਾ ਕਰ ਦਿੱਤੇ। ਜਿੱਥੇ ਤੂੰ ਨੀਵੇਂ ਪੈਦਾ ਕੀਤੇ ਨੇ ਉੱਥੇ ਤੂੰ ਵੱਡੇ ਵੀ ਪੈਦਾ ਕੀਤੇ ਹੋਏ ਨੇ। ਇੱਕ ਦੂਜੇ ਦੇ ਵਿਪਰੀਤ ਨੇ ਤੇ ਸੰਸਾਰ ਦੀ ਖੇਡ ਵੀ ਐਸੀ ਹੈ। ਹਜ਼ੂਰ ਨੇ ਜਿਹੜੇ ਬਚਨ ਕਹੇ, ਕਿਤੇ ਤਾਂ ਦੇਖੋ ਆਹ ਜਿਹੜੇ ਹੱਥ ਨੇ ਮਹਿੰਦੀ ਨਾਲ ਰੰਗੇ ਨੇ ਤੇ ਸੁਹਾਗ ਦੇ ਗੀਤ ਗਾਏ ਜਾਂਦੇ ਨੇ। ਇਹਨਾਂ ਹੱਥਾਂ ਦੇ ਨਾਲ ਲੋਕੀ ਗਿੱਧੇ ਪੈ ਪਾਉਂਦੇ ਨੇ ਤੇ ਉਹ ਹੱਥ ਨੇ ਦੋ ਨੇ ਜਿੱਥੇ ਕਿਤੇ ਗਿੱਧੇ ਨਹੀਂ ਪਾਏ ਜਾਂਦੇ, ਛਾਤੀ ਪਿੱਟ ਕੇ ਇਹਨਾਂ ਹੱਥਾਂ ਨਾਲ ਤੇ ਮੂੰਹ ਨਾਲ ਵਹਿਣ ਪਾਏ ਜਾਂਦੇ। ਰਚਨਾ ਉਹਦੀ ਹੋਈ ਹੈ। ਕਿਤੇ ਖੁਸ਼ੀ ਦੇ ਸਦਿਆਨੇ ਵਾਜੇ ਪੈ ਵੱਜਦੇ ਨੇ ਤੇ ਕਿਸੇ ਦੇ ਘਰ ਦੇ ਅੰਦਰ ਮੌਤ ਦੀ ਸਭ ਵਿਛੀ ਹੈ ਤੇ ਉਹਦੇ ਘਰ ਵਿੱਚ ਅਫਸੋਸ ਕਰਨ ਵਾਲੇ ਲੋਕ ਚਿੱਟੇ ਲੀੜੇ ਸਿਰ ਤੇ ਲੈ ਕੇ ਉਹਦੇ ਘਰ ਅਫਸੋਸ ਪੈ ਕਰਨ ਆਉਂਦੇ। ਕਿਸੇ ਦੇ ਮੂੰਹ ਤੇ ਹਾਸਾ ਹੈ, ਕਿਸੇ ਦੇ ਚਿਹਰੇ ਤੇ ਰੋਣਾ ਪਿਆ ਪ੍ਰਗਟ ਹੁੰਦਾ ਹੈ। ਮੁੱਕਦੀ ਗੱਲ ਕੀ ਕਿ ਮੇਰੇ ਵਾਹਿਗੁਰੂ ਨੇ ਦੋਨੋਂ ਵਿਪਰੀਤ ਚੀਜ਼ਾਂ ਇਹ ਪੈਦਾ ਕਰ ਦਿੱਤੀਆਂ। ਉਹਦੀ ਖੇਡ ਕਿਸੇ ਦੇ ਘਰ ਵਿੱਚ ਉਹਨੇ ਕੀ ਦਾਤ ਦੇ ਦੇਣੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਪੜ੍ਹਨੇ ਆ, ਕਈ ਵਾਰੀ ਫਿਰ ਮਨੁੱਖ ਸੋਚਦਾ ਇਹ ਕਿਉਂ, ਜੇ ਸੁੱਖ ਹੈ ਫਿਰ ਦੁੱਖ ਕਿਉਂ, ਜੇ ਖੁਸ਼ੀ ਹੈ ਤੇ ਗਮੀ ਕਿਉਂ, ਜੇ ਜਨਮ ਹੈ ਤੇ ਮੌਤ ਕਿਉਂ। ਅਸਲੀਅਤ ਜੇ ਕੇਵਲ ਮਨੁੱਖ ਤੇਰੇ ਨਾਲ ਨਹੀਂ, ਰੱਬ ਨੇ ਜੋ ਕੁਝ ਵੀ ਪੈਦਾ ਕੀਤਾ ਹੈ
ਉਹਨੇ ਦੋਨੋਂ ਚੀਜ਼ਾਂ ਪੈਦਾ ਕਰ ਦਿੱਤੀਆਂ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਜਿੱਥੇ ਰੱਬ ਨੇ ਸੰਸਾਰ ਨੂੰ ਇੱਕ ਰੁੱਖ ਬਣਾਇਆ, ਇਸ ਰੁੱਖ ਦੇ ਇੱਕ ਟਾਹਣ ਨੂੰ ਤਾਂ ਉਹਨੇ ਅੰਮ੍ਰਿਤ ਲਾ ਦਿੱਤਾ ਹੈ ਤੇ ਦੂਸਰੇ ਟਾਹਣ ਨੂੰ ਉਹਨੇ ਜ਼ਹਿਰ ਲਾ ਦਿੱਤਾ ਹੋਇਆ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਦੋਨੋਂ ਲਾ ਦਿੱਤੇ। ਹੁਣ ਕਦੀ ਕਮਲ ਦੇ ਫੁੱਲ ਵੱਲ ਤੱਕੋ, ਜਿੱਤੇ ਕਮਲ ਦੇ ਫੁੱਲ ਦੀ ਮਹਿਕ ਸੁੰਦਰਤਾ ਅੱਤ ਦਾ ਸੁਹੱਪਣੇ, ਪਰ ਮੇਰੇ ਮਾਲਕ ਨੇ ਉਹਦੀ ਪੈਦਾਇਸ਼ ਕਿੱਥੇ ਕੀਤੀ ਹੈ? ਇੱਕ ਚਿੱਕੜ ਦੇ ਵਿੱਚ। ਦੋਨੋਂ ਇੱਕ ਦੂਜੇ ਦੇ ਵਿਪਰੀਤ ਨੇ। ਕਿੱਥੇ ਮਹਿਕ, ਕਿੱਥੇ ਬਦਬੋ, ਕਿੱਥੇ ਖੇੜਾ ਨਿਰਮਲਤਾਈ, ਕਿੱਥੇ ਗੰਦਗੀ। ਕੇਵਲ ਇੱਥੇ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਤੱਕੋ, ਉਹਦਾ ਰੰਗ, ਉਹਦੀਆਂ ਪੰਖੁੜੀਆਂ, ਉਹਦੀ ਮਹਿਕ ਲੰਘਣ ਵਾਲੇ ਨੂੰ ਪ੍ਰਭਾਵਿਤ ਕਰਦੀ ਏ। ਪਰ ਹੈਰਾਨਗੀ ਦੀ ਬਾਤ ਉਹ ਜਿੱਥੇ ਗੁਲਾਬ ਦੇ ਫੁੱਲ ਦੀ ਕੋਮਲਤਾ ਸੁਗੰਧੀ ਰੱਬ ਨੇ ਪੈਦਾ ਕੀਤੀ, ਉਸੇ ਫੁੱਲ ਦੀ ਟਾਹਣੀ ਦੇ ਨਾਲ ਰੱਬ ਨੇ ਕਠੋਰ ਕੰਡਾ ਵੀ ਪੈਦਾ ਕੀਤਾ ਹੋਇਆ। ਦੋਨੋਂ ਇੱਕ ਦੂਸਰੇ ਦੇ ਵਿਪਰੀਤ ਨੇ। ਕੰਡਾ ਕਠੋਰ ਏ, ਫੁੱਲ ਕੋਮਲ ਏ, ਪਰ ਇੱਕੋ ਟਾਹਣ ਨੂੰ ਦੋਨੋਂ ਮੇਰੇ ਮਾਲਕ ਨੇ ਲਾ ਦਿੱਤੇ ਨੇ। ਆਪਾਂ ਤੱਕਨੇ ਹਿੰਦੁਸਤਾਨ ਦੀ ਧਰਤੀ ਤੇ ਖਾਸ ਕਰਕੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਜਦੋਂ ਅੱਤ ਦੀ ਗਰਮੀ ਪੈਂਦੀ ਏ ਤੇ ਮੇਰਾ ਮਾਲਕ ਕਿਰਪਾ ਕਰਦਾ ਹੈ, ਆਸਮਾਨ ਤੇ ਬੱਦਲ ਬਣਦੇ ਨੇ ਤੇ ਉਹਨਾਂ ਬੱਦਲਾਂ ਦੇ ਵਿੱਚੋਂ ਨਿਰਮਲ ਠੰਡਾ ਪਾਣੀ ਧਰਤੀ ਤੇ ਪੈਂਦਾ ਹੈ ਤੇ ਉਹ ਧਰਤੀ ਦੀ ਤਪਸ਼ ਨੂੰ, ਧਰਤੀ ਦੀ ਗਰਮੀ ਨੂੰ ਠੰਡ ਵਿੱਚ ਬਦਲ ਦਿੰਦਾ ਹੈ। ਬਨਾਸਪਤੀ ਮੌਲ ਜਾਂਦੀ ਏ। ਜਿਹੜੇ ਰੁੱਖ, ਜਿਹੜੀ ਬਨਾਸਪਤੀ ਪਹਿਲਾਂ ਗਰਮੀ ਨਾਲ ਸੜ ਚੁੱਕੀ ਏ, ਭੁੱਜ ਚੁੱਕੀ ਏ, ਜਦੋਂ ਮੀਂਹ ਪੈਂਦਾ ਉਹਦੇ ਤੇ ਹਰਿਆਵਲ ਆ ਜਾਂਦੀ। ਪਰ ਕਰਤਾਰ ਦੀ ਖੇਡ ਬੜੀ ਅਜੀਬ ਏ। ਉਹਨਾਂ ਬੱਦਲਾਂ ਦੇ ਵਿੱਚੋਂ ਪਾਣੀ ਪੈਦਾ ਕੀਤਾ, ਜਿਸ ਪਾਣੀ ਨੇ ਸੜਿਆ ਹੋਇਆਂ ਨੂੰ ਪਰਤ ਕੇ ਜੀਵਨ ਬਖਸ਼ ਦਿੱਤਾ। ਪਰ ਹੈਰਾਨਗੀ ਦੀ ਬਾਤ, ਉਹਨਾਂ ਬੱਦਲਾਂ ਵਿੱਚ ਰੱਬ ਨੇ ਬਿਜਲੀ ਪੈਦਾ ਕਰ ਦਿੱਤੀ, ਜਿਹੜੀ ਧਰਤੀ ਤੇ ਪੈਂਦਿਆਂ ਸਾਰ ਜਿੱਥੇ ਪੈ ਜਾਏ ਉਹਨੂੰ ਸਾੜ ਕੇ ਸੁਆਹ ਕਰ ਦਿੰਦੀ। ਅੱਗ ਤੇ ਪਾਣੀ ਦੋਨੋਂ ਹੀ ਇਕੱਠੇ ਕਰ ਦਿੱਤੇ। ਗੁਰਦੇਵ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰਾਖੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਕੇਵਲ ਤੇਰੇ ਨਾਲ ਨਹੀਂ, ਰੱਬ ਨੇ ਲੱਕੜ ਵਿੱਚ ਅੱਗ ਪੈਦਾ ਕੀਤੀ। ਦੋਨੋਂ ਇੱਕ ਦੂਜੇ ਦੇ ਵਿਰੋਧੀ ਨੇ। ਧਰਤੀ ਥੋੜੀ, ਪਾਣੀ ਜ਼ਿਆਦਾ, ਪਰ ਇੱਕ ਦੂਜੇ ਦੇ ਵਿਰੋਧੀ ਟਿਕਾਏ ਨੇ। ਮਾਨੋ ਮੇਰੇ ਮਾਲਕ ਨੇ ਦੁਨੀਆ ਦੀ ਖੇਡ ਐਸੀ ਰਾਜ ਦਿੱਤੀ, ਉੱਥੇ ਉਹਨੇ ਸ਼ੇਰ ਬੰਨ ਦਿੱਤਾ, ਉੱਥੇ ਨਾਲ ਬੱਕਰੀ ਬੰਨ ਦਿੱਤੀ ਏ। ਸ਼ੇਰ ਤੇ ਬੱਕਰੀ ਇੱਕ ਦੂਜੇ ਦੇ ਵਿਪਰੀਤ ਨੇ, ਪਰ ਉਹਦੀ ਰਚਨਾ ਵਿੱਚ ਇਹ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਗੁਰੂ ਅਰਜਨ ਸਾਹਿਬ ਅੱਜ ਕਹਿੰਦੇ ਨੇ, ਜਿੱਥੇ ਖੁਸ਼ੀ ਉੱਥੇ ਗਮੀ। ਮੇਰੇ ਮਾਲਕਾ, ਜਿੱਥੇ ਜਨਮੇ ਉਸ ਘਰ ਦੇ ਅੰਦਰ ਮੌਤ ਵੀ ਏ, ਜਿੱਥੇ ਭੋਗ ਏ ਉੱਥੇ ਰੋਗ ਵੀ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਆ ਤੇ ਭਗਤ ਨਾਮਦੇਵ ਜੀ ਦਾ ਤੇ ਭਗਤ ਕਬੀਰ ਜੀ ਦੇ ਦੋ ਪ੍ਰਮਾਣ ਨੇ। ਸਦਾ ਖੁਸ਼ੀ ਨਹੀਂ ਰਹਿਣੀ ਤੇ ਸਦਾ ਗਮੀ ਨਹੀਂ ਰਹਿਣੀ। ਸਮਾਂ ਆਪਣੀ ਚਾਲ ਨਾਲ ਨਿਕਲ ਜਾਂਦਾ ਹੈ। ਕਬੀਰ ਸਾਹਿਬ ਦਾ ਬਚਨ ਆਉਂਦਾ ਹੈ, ਕਹਿੰਦੇ ਨੇ, ਮੇਰੇ ਵਾਹਿਗੁਰੂ, ਮੈਂ ਤੈਨੂੰ ਨਮਸਕਾਰ ਕਰਨ ਆਇਆ। ਅਸਲ ਵਿੱਚ ਨਾ ਤੇਰੀ ਬਣਾਈ ਕੋਈ ਕੁਦਰਤ ਦਾ, ਤੇਰੇ ਕੌਤਕਾਂ ਦਾ ਕਦੀ ਕਿਸੇ ਨੇ ਅੰਤ ਨਹੀਂ ਪਾਇਆ। ਬਸ ਇੱਕੋ ਹੀ ਮਨ ਵਿੱਚ ਗੱਲ ਸੋਚੀਏ, ਜਿਹੜੇ ਤੇਰੇ ਨਾਮ ਵਿੱਚ ਭਿੱਜ ਚੁੱਕੇ ਨੇ ਨਾ, ਉਹਨਾਂ ਦੇ ਚਰਨਾਂ ਦਾ ਮੈਂ ਦਾਸ ਬਣ ਜਾਵਾਂ। ਪੁੱਛਿਆ, ਕਬੀਰ ਸਾਹਿਬ ਤੁਸੀਂ ਕੀ ਕੌਤਕ ਤੱਕਿਆ? ਤੇ ਉਹਨਾਂ ਦਾ ਪਾਵਨ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਦੇ ਰਾਗ ਸਾਰੰਗ ਵਿੱਚ ਕਹਿਣ ਲੱਗੇ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਹੁਣ ਅੱਗੇ ਧਿਆਨ ਦੇਣਾ, ਦੁਨੀਆ ਦੀ ਖੇਡ ਕੀ ਹੈ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਪਹਿਲੀ ਪੰਕਤੀ ਹੈ ਦਾਤਾ, ਹਸਤੋ ਜਾਏ ਸੋ ਰੋਵਤ ਆਵੇ। ਜਿਹੜਾ ਬੰਦਾ ਸਵੇਰੇ ਘਰੋਂ ਹੱਸਦਿਆ ਗਿਆ, ਪਰਿਵਾਰ ਵਿੱਚ ਖੁਸ਼ੀ ਨਾਲੋਂ ਘਰੋਂ ਕੰਮ ਤੇ ਗਿਆ, ਪਰ ਪਤਾ ਨਹੀਂ ਤੇਰੇ ਕੌਤਕ ਕੀ ਹੋ ਜਾਏ ਨੇ। ਕਈ ਵਾਰੀ ਇਹੋ ਜਿਹੇ ਭਾਣੇ ਵਰਤਾ ਦੇਣਾ, ਉਹ ਸ਼ਾਮ ਨੂੰ ਜਦੋਂ ਘਰ ਮੁੜਦਾ ਤੇ ਰੋਂਦਾ ਹੀ ਘਰ ਮੁੜਦਾ, ਧਾਹਾਂ ਮਾਰਦਾ ਆਉਂਦਾ। ਗਿਆ ਤਾਂ ਹੱਸਦਾ ਸੀ, ਪਰ ਪਰਤ ਕੇ ਰੋਂਦਾ ਆਏ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਤੇ ਜਿਹੜੇ ਜੀਵਨ ਤੋਂ ਨਿਰਾਸ਼ ਹੋ ਕੇ ਰੋਂਦੇ ਜਾਂਦੇ ਨੇ, ਘਰ ਵਿੱਚ ਕੁਝ ਨਹੀਂ, ਕੰਮ ਕੋਈ ਨਹੀਂ, ਪਰ ਜਦੋਂ ਕਿਤੇ ਬਾਹਰ ਤੂੰ ਕਿਰਪਾ ਕਰਦਾ ਤੇ ਜਦੋਂ ਵਾਪਸ ਮੁੜਦੇ ਨੇ, ਉਹਨਾਂ ਦੇ ਚਿਹਰਿਆਂ ਤੇ ਰੋਣਾ ਨਹੀਂ, ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਪ੍ਰਤੀਤ ਪਈ ਹੁੰਦੀ। ਤੇਰੇ ਕੌਤਕ ਨੇ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ।
जिथे वसदी हुंदी है शहर वसदे ने, पिंड वसदे ने, ग्राम वसदे ने। मेरे मालका जे तू चाहे ਤਾਂ ਇੱਕ ਅੱਖ ਝਮਕਣ ਦੀ ਦੇਰ ਵਿੱਚ ਉੱਥੇ ਤਬਾਹੀਆਂ ਕਰਕੇ ਉਜਾੜ ਪੈਦਾ ਕਰ ਦੇ, ਤੇ ਜਿਸ ਉਜਾੜ ਵਿੱਚ ਕਦੀ ਕੋਈ ਨਹੀਂ ਵਸਦਾ, ਜੇ ਤੇਰੀ ਮਰਜ਼ੀ ਹੋਵੇ ਤੇ ਉਜਾੜ ਵਿੱਚ ਤੂੰ ਵਸੋ ਪੈਦਾ ਕਰ ਦੇ। ਤੇਰੀ ਖੇਡ ਹੈ ਨਾ, ਬਸ ਤੋਂ ਹੋਏ ਸੋ ਉਜਰ, ਉਜਰ ਹੋਏ ਸੋ ਬਸ ਹੈ। ਅੱਗੇ ਕਿੰਨੇ ਜਲ ਤੇ ਥਲ ਕਰ, ਜਿੱਥੇ ਪਾਣੀ ਹੈ ਉੱਥੇ ਤੂੰ ਮਾਰੂਥਲ ਪੈਦਾ ਕਰ ਸਕਨੇ। ਜਲ ਤੇ ਥਲ ਕਰ, ਥਲ ਤੇ ਕੁਵਾਂ, ਤੇ ਜਿਸ ਮਾਰੂਥਲ ਵਿੱਚ ਪਾਣੀ ਦੀ ਬੂੰਦ ਨਹੀਂ ਲੱਭਦੀ, ਤੂੰ ਉੱਚੇ ਟਿੱਬਿਆਂ ਦੇ ਵਿੱਚ ਮੇਰੇ ਮਾਲਕਾ ਪਾਣੀ ਦੇ ਖੂਹ ਪੈਦਾ ਕਰ ਸਕਨੇ। ਤੇਰੀ ਖੇਡ ਹੈ, ਤੇਰੇ ਚੋਜ ਨੇ ਕੋਈ ਅੰਤ ਨਹੀਂ। ਜਲ ਤੇ ਥਲ ਕਰ, ਥਲ ਤੇ ਕੁਵਾਂ, ਕੂਪ ਤੇ ਮੇਰ ਕਰਾਵੇ। ਕੂਪ ਦਰ ਤੇ ਖੂਹ, ਖੂਹ ਡੂੰਘਾ ਹੈ, ਪਹਾੜ ਉੱਚਾ ਹੈ। ਜੇ ਤੂੰ ਚਾਹੇ ਤਾਂ ਨੀਵੇਂ ਖੂਹ ਦੇ ਵਿੱਚੋਂ ਵੀ ਪਹਾੜ ਵਰਗੀ ਉੱਚੀ ਧਰਤੀ ਪੈਦਾ ਕਰ ਸਕਦਾ। ਕੂਪ ਤੇ ਮੇਰ ਕਰਾਵੇ। ਤੇ ਤੇਰੀ ਇੱਕ ਖੇਡ ਹੈ, ਧਰਤੀ ਤੇ ਆਕਾਸ਼ ਚੜਾਵੇ। ਜਿਸ ਬੰਦੇ ਨੂੰ ਇਸ ਧਰਤੀ ਤੇ ਕੋਈ ਜਾਣਦਾ ਨਹੀਂ, ਜੇ ਮੇਰੇ ਵਾਹਿਗੁਰੂ ਤੂੰ ਚਾਹੇ ਉਹਨੂੰ ਅਸਮਾਨ ਜਿੰਨਾ ਉੱਚਾ ਚੁੱਕ ਕੇ ਵਡਿਆਈ ਦੇ ਸਕਨੇ, ਤੇ ਜਿਨ੍ਹਾਂ ਨੂੰ ਅਸਮਾਨ ਜਿੰਨਾ ਉੱਚਾ ਤੂੰ ਚੁੱਕੀ ਬੈਠੇ, ਜੇ ਤੂੰ ਚਾਹੇ ਤਾਂ ਇੱਕ ਖਿੰਨ ਵਿੱਚ ਸੱਟ ਕੇ ਉਹਨਾਂ ਨੂੰ ਪਤਾਲ ਵਿੱਚ ਗਰ ਕਰ ਦੇ। ਤੇਰੇ ਕੌਤਕ ਨੇ ਦੋਨੋਂ ਵਿਪਰੀਤ ਨੇ ਇੱਕ ਦੂਜੇ ਦੇ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ। ਭੇਖਾਰੀ ਤੇ ਰਾਜ ਕਰਾਵੇ। ਜਿਹੜਾ ਬੰਦਾ ਦਰ ਦਰ ਤੇ ਭਿੱਖਿਆ ਮੰਗਦਾ ਸੀ, ਖੈਰ ਮੰਗਦਾ ਸੀ, ਤੂੰ ਉਹਨੂੰ ਬਾਦਸ਼ਾਹ ਬਣਾ ਦੇਣਾ, ਸਲਤਨਤ ਬਖਸ਼ ਦੇਣਾ, ਰਾਜ ਭਾਗ ਲਸ਼ਕਰ ਬਖਸ਼ ਦੇਣੇ। ਪਰ ਜਿਹੜਾ ਬੰਦਾ ਅੱਜ ਤੱਕ ਰਾਜ ਕਰਦਾ ਰਿਹਾ ਹੈ ਨਾ, ਉਹਦੇ ਗਲੇ ਵਿੱਚ ਝੋਲੀ ਪਾ ਕੇ ਤੂੰ ਦਰ ਦਰ ਤੇ ਉਹਨੂੰ ਮੰਗਣ ਵਾਸਤੇ ਮਜਬੂਰ ਕਰ ਦੇਣਾ। ਤੇਰੇ ਕੌਤਕ ਨੇ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ। ਜਿਹੜਾ ਬੰਦਾ ਖਲ ਮੂਰਖ ਦਰ ਤੇ ਮਾਂ ਜਾੜੇ, ਜਿਹਨੂੰ ਅਕਲ ਹੀ ਕੋਈ ਨਹੀਂ, ਤੂੰ ਮੇਰੇ ਵਾਹਿਗੁਰੂ ਚਾਹੇ ਇੱਕ ਖਿੰਨ ਵਿੱਚ ਉਹਨੂੰ ਮਹਾਨ ਵਿਦਵਾਨ ਪੰਡਿਤ ਬਣਾ ਦੇਵੇਂ। ਤੇ ਜਿਹੜਾ ਮਾਣ ਕਰੀ ਫਿਰਦਾ ਮੈਂ ਬੜਾ ਵਿਦਵਾਨ ਹਾਂ, ਇੱਕ ਖਿੰਨ ਵਿੱਚ ਤੂੰ ਮੂਰਖਾਂ ਦੇ ਕਾਫਲੇ ਵਿੱਚ ਉਹਨੂੰ ਪੈਦਾ ਕਰ ਦੇਵੇਂ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ। ਪੰਡਿਤ ਤੇ ਮੁਗਧਾਰੀ ਕਹਿਣ ਲੱਗੇ ਮੇਰੇ ਵਾਹਿਗੁਰੂ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਨ ਕਹੋ ਕਬੀਰ ਸਾਧੂ ਕੋ ਪ੍ਰੀਤਮ। ਤਿਸ ਮੂਰਤ ਬਲਿਹਾਰੀ, ਮੈਂ ਉਸ ਵਾਹਿਗੁਰੂ ਤੋਂ ਕੁਰਬਾਨ, ਜਿਹਦੀ ਖੇਡ ਇਹੋ ਜੀ ਅਜੀਬ ਹੈ। ਇੱਕ ਦੂਜੇ ਦੇ ਵਿਪਰੀਤ ਤੱਥ ਉਹਨੇ ਪੈਦਾ ਕੀਤੇ ਹੋਏ। ਸਾਧ ਸੰਗਤ, ਇਹੀ ਕਾਰਨ ਮੇਰੇ ਹਜ਼ੂਰ ਨੇ ਕੇਵਲ ਕਿਹਾ ਨਹੀਂ, ਬਾਣੀ ਵਿੱਚ ਇਹੋ ਜੀਆਂ ਘਟਨਾਵਾਂ ਵਾਪਰੀਆਂ ਨੇ। ਮੈਂ ਅਰਜ਼ ਕਰਾਂ, ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਦੇਖੋ ਰੱਬ ਕਈ ਕੌਤਕ ਵਰਤਾਂਦਾ। ਮੈਂ ਅਰਜ਼ ਕਰ ਰਿਹਾ, ਜਨਮੇ ਮੌਤੇ, ਖੁਸ਼ੀਏ ਗਮੀਏ, ਭੋਗੇ ਰੋਗੇ, ਸੋਖੇ ਦੋਖੇ। ਪਤਾ ਨਹੀਂ ਵਾਹਿਗੁਰੂ ਨੇ ਕੀ ਖੇਡ ਵਰਤਾ ਦੇਣੀ। ਭਗਤ ਨਾਮਦੇਵ ਕਹਿੰਦੇ ਨੇ, ਕਈ ਵਾਰੀ ਪਰਮੇਸ਼ਵਰ ਤੂੰ ਮਨੁੱਖ ਨੂੰ ਇੰਨਾ ਦੇਣਾ ਕਿ ਉਹਦੇ ਸਾਹਮਣੇ ਕਈ ਕਟੋਰੀਆਂ, ਕਈ ਭੋਜਨ ਜਿਹੜੇ ਨੇ ਪਰੋਸ ਕੇ ਰੱਖੇ ਹੋਣ। ਕਿਸੇ ਥਾਲੀ ਦੀ ਕਟੋਰੀ ਵਿੱਚ ਖੀਰ ਪਾਈ ਹੋਵੇ, ਕਿਤੇ ਘਿਓ ਪਾਇਆ ਹੋਵੇ, ਕਿਤੇ ਦੁੱਧ ਪਿਆ ਹੋਵੇ, ਕਿਤੇ ਮਿੱਠੀ ਖੰਡ ਪਾਈ ਹੋਵੇ, ਕਿਤੇ ਘਿਓ ਨਾਲ ਭੇ ਕੇ ਰੋਟੀ ਤਿਆਰ ਕਰਕੇ ਉਹਦੀ ਥਾਲੀ ਵਿੱਚ ਰੱਖੀ ਹੋਵੇ, ਤੇ ਬੰਦਾ ਉਹਨੂੰ ਪੈਰ ਮਾਰ ਕੇ ਕਹਿੰਦਾ ਪਰਾਂ ਲੈ ਜਾਓ, ਮੇਰਾ ਚਿੱਤ ਨਹੀਂ ਕਰਦਾ ਇਸ ਭੋਜਨ ਵੱਲ ਤੱਕਣ ਵਾਸਤੇ ਵੀ, ਮੈਨੂੰ ਨਹੀਂ ਇਹ ਚੀਜ਼ਾਂ ਸਵਾਦ ਲੱਗਦੀਆਂ। ਤੇ ਭਗਤ ਨਾਮਦੇਵ ਕਹਿੰਦੇ ਨੇ ਮੇਰੇ ਮਾਲਕ ਦੇ ਕੌਤਕ ਬੜੇ ਬੇਅੰਤ ਨਹੀਂ ਮਣਾ, ਤੂੰ ਡਰ ਕੇ ਰਹੀਂ। ਜਿਹੜਾ ਬੰਦਾ ਘਿਓ, ਖੀਰ, ਖੰਡ, 36 ਪ੍ਰਕਾਰ ਦੇ ਬਣੇ ਹੋਏ ਭੋਜਨਾਂ ਨੂੰ ਠੋਕਰ ਮਾਰ ਦਿੰਦਾ ਹੈ, ਮੇਰਾ ਵਾਹਿਗੁਰੂ ਕਈ ਵਾਰੀ ਉਹਨੂੰ ਦਰ ਦਰ ਦੇ ਟੁਕੜੇ ਮੰਗਣ ਵਾਸਤੇ ਮਜਬੂਰ ਕਰ ਦਿੰਦਾ। ਉਹ ਦਰ ਦਰ ਤੇ ਝੋਲੀ ਅੱਡ ਕੇ ਮੰਗਦਾ ਹੈ। ਤੇ ਹਜ਼ੂਰ ਕਹਿੰਦੇ ਨੇ ਮੰਗਦਿਆਂ ਨੂੰ ਵੀ ਖੈਰ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਹੋਣ। ਕਈਆਂ ਨੂੰ ਮੰਗਦਿਆਂ ਵੀ ਖੈਰ ਨਹੀਂ ਪੈਂਦੀ। ਉਹ ਫਿਰ ਕੀ ਕਰਦੇ ਨੇ, ਜਿੱਥੇ ਲੋਕਾਂ ਨੇ ਕੂੜਾ ਸੱਟਿਆ ਹੱਥਾਂ ਨਾਲ ਕੂੜੇ ਨੂੰ ਫੋਲਦੇ ਨੇ। ਅਸੀਂ ਤੱਕਨੇ ਇੰਡੀਆ ਅੰਦਰ ਤੁਹਾਨੂੰ ਬੇਅੰਤ ਉਦਾਹਰਨਾਂ ਮਿਲ ਗਈਆਂ। ਲੋਕ ਉਸ ਕੂੜੇ ਨੂੰ ਫੋਲਦੇ ਨੇ, ਤੇ ਜਿਹੜੇ ਕੂੜੇ ਵਿੱਚ ਪਏ ਹੋਏ ਦਾਣੇ ਨੇ ਉਹਨਾਂ ਨੂੰ ਧੋ ਧੋ ਕੇ ਆਪਣਾ ਖਾ ਕੇ ਪੇਟ ਭਰਦੇ ਨੇ। ਤੇ ਭਗਤ ਨਾਮਦੇਵ ਕਹਿੰਦੇ ਨੇ ਬੰਦਾ ਤੇ ਉਹੀ ਹੈ ਜਿਹੜਾ ਭਰੇ ਹੋਏ ਭੋਜਨਾਂ ਦੀਆਂ ਥਾਲੀਆਂ ਟੁਕਰਾਂਦਾ ਸੀ, ਤੇ ਅੱਜ ਕੂੜੇ ਤੋਂ ਦਾਣੇ ਚੁਣ ਚੁਣ ਕੇ ਆਪਣੇ ਪੇਟ ਨੂੰ ਭਰਦਾ ਸੀ। ਸਤਿਗੁਰੂ ਕੀ ਬਾਣੀ ਵਿੱਚ ਬਚਨ ਨੇ ਸਾਹਿਬ ਕਹਿੰਦੇ ਨੇ, ਕਬਹੂ ਖੀਰ ਖਾਂਡ ਘਿਓ ਨਾ ਭਾਵੇ,
कभी इहो जिहा समय बंदे नूं इन्हां तिन्नां विचों कुछ भी चंगा नहीं लगदा। खीर खंड घिओ कुछ चंगी नहीं लगदी। साहब कहंदे ने कबहू घर घर टूक मंगावे टूकदार ते टुकड़े, ते कदी ओही बंदा जिन्हों मेरा वाहिगुरू घर घर विच टुकड़े मंगण ते मजबूर कर दिंदा। साहब कहंदे ने कबहू कूरनदार ते कूड़ा चने बिनावे, कदी कूड़े ते पए हुए दाने चुन चुन के पेट भरदा है। ते अगे भगत नामदेव कहंदे ने मना ज्यों राम राख है त्यों रहीए रे भाई। खे मेरे भरावा जिवें वाहिगुरू रखदा है उसे तरह रही, क्योंकि हर की महिमा किसी कथन ना जाई, ओदे कौतकां दा कोई पता नहीं उस वाहिगुरू ने की खेड़ वरता देनी। अगला बचन भगत जी ने कीता, कदी कहंदे ने इन्नी दौलत है एक घोड़े ते सवेरे सवारी करनी, दोपहर नूं नौकर ने घोड़ा बदल के दूसरा दे देना, ते अज आपां उस घोड़े दी थां ते गड्डियां दी गिनती कर सकने आ। शाम नूं घोड़ा होर है, पैर कदी लांघा नहीं घोड़ियां तो। ते साहब कहंदे ने कदी ओ समा घोड़ियां नूं दिन विच 3-3 वारी बदल के सवारी करदा है। कहंदे ने कदी मेरा वाहिगुरू रंग नचावे ले आउंदा है, कदी तां बंदा घोड़े ते आंदा पिया पैरां विच पाण वास्ते जुत्ती भी नसीब पावे, ते कदी पैरां विच पाण वास्ते जुत्ती भी नसीब नहीं हुंदी। तीसरा बचन भगत नामदेव जी ने कीता, कहण लगे सजना कदी ओ समय घर विच दिन विच कई वारी कपड़े बदल बदल के सेज तू तैयार करने, चिट्टियां चादरां ते आराम करने, ते कदी इत्थे भी दिन तकने पैंदे ने कि हत्थ विच पराली पकड़ीए ते लोकां दे दरवाजियां विच ड्यूड़ियां विच पराली विछा के अपने रात ते दिन बतीत पिया करदा है। साहब कहंदे ने कबू खाट सुपेदी सवावे, कबू भूम प्यार ना पावे, कदी मंजी ते चिट्टियां चादर, ते कदी फिर साहब कहंदे ने प्यारिया पराली विछा के जमीन भी नहीं मिलदी किते लम्मिया पैण वास्ते। ਇਹਦਾ मतलब उस परमेश्वर दे कौतकां दा कोई पता नहीं। हजूर ने मैं अर्ज कीती अपने नेत्रां नाल जो तकिया ਉਹ ਬਾਣੀ ਵਿੱਚ ਅੰਕਿਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 4 ਸ਼ਬਦ ਐਸੇ ਨੇ ਗੁਰੂ ਨਾਨਕ ਬਾਬਾ ਜੀ ਦੇ ਜਿਹੜੇ ਇਤਿਹਾਸ ਨਾਲ ਵੀ ਸੰਬੰਧਿਤ ਨੇ, ਪਰ ਜਦੋਂ ਉਹਨਾਂ ਵਿੱਚੋਂ ਇਤਿਹਾਸ ਨੂੰ ਪੜ੍ਹਨੇ ਆ ਤੇ ਉਹ ਇਤਿਹਾਸ ਕੇਵਲ ਉਸ ਸਮੇਂ ਤੱਕ ਮਹਦੂਦ ਨਹੀਂ, ਉਹ ਸ਼ਬਦ ਪੜ੍ਹਨੇ ਆ ਤੇ ਸਾਨੂੰ ਅੱਜ ਤੱਕ ਉਹ ਸ਼ਬਦ ਅਗਵਾਈ ਦਿੰਦੇ। 4 ਸ਼ਬਦ ਨੇ ਤੇ ਜਿਹੜੇ ਐਮਨਾਬਾਦ ਦੀ ਧਰਤੀ ਨਾਲ ਸੰਬੰਧਿਤ ਨੇ, ਤੇ ਚਾਰੇ ਸ਼ਬਦ ਮੇਰੇ ਹਜ਼ੂਰ ਨੇ ਉਹ ਐਮਨਾਬਾਦ ਦੀ ਧਰਤੀ ਤੇ ਉਚਾਰਨ ਕੀਤੇ। ਇੱਕ ਸ਼ਬਦ ਤਾਂ ਉਦੋਂ ਉਚਾਰਿਆ ਜਦੋਂ ਮੇਰੇ ਗੁਰਦੇਵ ਜਗਤ ਜਲੰਦੇ ਨੂੰ ਠਾਰਨ ਲਈ ਗਏ ਤੇ ਭਾਈ ਲਾਲੋ ਦੀ ਕੁੱਲੀ ਨੂੰ ਭਾਗ ਲਾਏ ਨੇ, ਕੋਧਰੇ ਦੀ ਰੋਟੀ ਖਾਧੀ, ਭਾਈ ਲਾਲੋ ਨੂੰ ਕਿਰਪਾ ਕਰਕੇ ਰਹਿਮਤਾਂ ਬਖਸ਼ੀਆਂ। ਤੇ ਇੱਥੇ ਜਦੋਂ ਹਜ਼ੂਰ ਨੇ ਪੁੱਛਿਆ ਸੀ ਲਾਲੋ ਇਸ ਪਿੰਡ ਦੀ ਕੀ ਹਾਲਤ ਹੈ, ਤੇ ਉਹਨੇ ਕਿਹਾ ਸੀ ਬਾਬਾ ਪੁੱਛ ਕੁਝ ਨਾ, ਦੌਲਤ ਇੰਨੀ ਆ, ਰੂਪ ਦਾ ਨਸ਼ਾ ਇੰਨਾ ਹੀ, ਇੱਥੇ ਨਾ ਕਿਸੇ ਫਕੀਰ ਦਾ ਅਦਬੀ ਨਾ ਕਿਸੇ ਸੰਤ ਦਾ ਅਦਬੀ, ਰੱਬ ਦੇ ਨਾਮ ਦੀ ਤਾਂ ਗੱਲ ਛੱਡ ਦੇ, ਲੋਕਾਂ ਨੂੰ ਰਾਮ ਤੇ ਰਹੀਮ ਦੋਨੋਂ ਭੁੱਲੇ ਹੋਏ। ਦੌਲਤ ਨੇ ਅੰਨ੍ਹਿਆ ਕਰ ਦਿੱਤਾ ਹੈ। ਹਜ਼ੂਰ ਦੇ ਨੇਤਰ ਮੁੰਦੇ ਸਨ। ਭਾਈ ਲਾਲੋ ਦੇ ਘਰ ਬੈਠੇ ਨੇ ਤੇ ਭਾਈ ਮਰਦਾਨੇ ਦੀ ਰਬਾਬ ਦੀ ਤਾਰ ਛਿੜੀ ਤੇ ਮੇਰੇ ਗੁਰਦੇਵ ਦੇ ਚਿਹਰੇ ਤੇ ਕੋਈ ਅਗੰਮੀ ਨੂਰ ਆਇਆ ਤੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਦੁਨੀਆ ਦੀ ਹਾਲਤ ਨੂੰ ਤੱਕ ਕੇ ਮੇਰੇ ਹਜ਼ੂਰ ਨੇ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਲੋਕ ਮਾਣ ਪੈ ਕਰਦੇ ਨੇ ਪਰ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਪਰ ਦੁਨੀਆ ਦੀ ਹਾਲਤ ਕੀ ਹੈ, ਸ਼ਰਮ ਧਰਮ ਸਭ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਤੇ ਜਦੋਂ ਬਾਬਰ ਨੇ ਆਉਣੇ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਉਦੋਂ ਕਿਸੇ ਨੇ ਕਾਜੀ ਤੋਂ ਨਿਕਾਹ ਨਹੀਂ ਕਰਾਣਾ, ਉਦੋਂ ਕਿਸੇ ਨੇ ਬ੍ਰਾਹਮਣ ਤੋਂ ਫੇਰੇ ਨਹੀਂ ਕਰਾਣੇ, ਅਗਦ ਪੜੇ ਸ਼ੈਤਾਨ ਵੇ ਲਾਲੋ। ਉਦੋਂ ਸ਼ੈਤਾਨ ਬਿਰਤੀ ਵਾਲੇ ਲੋਕ ਆ ਕੇ ਤੇ ਨਿਕਾਹ ਤੇ ਫੇਰੇ ਕਰਨਗੇ। ਸਤਿਗੁਰੂ ਨੇ ਜਿਹੜੇ ਬਚਨ ਕਹੇ ਵਾਕਿਆ ਉਹ ਕੌਤਕ ਵਰਤੇ। ਤੇ ਹਜ਼ੂਰ ਦਾ ਜਦੋਂ ਦੂਸਰਾ ਸ਼ਬਦ ਪੜਿਆ, ਜਦੋਂ ਭਾਣੇ ਵਾਪਰ ਗਏ ਤੇ ਮੇਰੇ ਗੁਰਦੇਵ ਫਿਰ ਐਮਨਾਬਾਦ ਦੀ ਧਰਤੀ ਤੇ ਆਏ। ਅੱਜ ਐਮਨਾਬਾਦ ਦੀ ਧਰਤੀ ਮਾਸਪੁਰੀ ਬਣੀ ਪਈ ਹੈ। ਥਾਂ ਥਾਂ ਤੇ ਲਾਸ਼ਾਂ ਰੁਲਦੀਆਂ ਨੇ, ਨਾਲਿਆਂ ਵਿੱਚ ਖੂਨ ਵਹਿ ਤੁਰਦਾ ਹੈ, ਥਾਂ ਥਾਂ ਤੇ ਕੀਰਨੇ ਪੈ ਪੈਂਦੇ ਨੇ ਤੇ ਸਾਰੀ ਜਨਤਾ ਨੂੰ ਬਾਬਰ ਦੇ ਸਿਪਾਹੀਆਂ ਨੇ ਗ੍ਰਿਫਤਾਰ ਕੀਤਾ ਹੈ। ਉਸ ਕੈਦਖਾਨੇ ਵਿੱਚ ਫਿਰ ਰਬਾਬ ਛੜੀਏ ਤੇ ਕਮਾਲ ਦੀ ਗੱਲ, ਉਸ ਕੈਦਖਾਨੇ ਵਿੱਚੋਂ ਇੱਕ ਆਵਾਜ਼ ਉੱਠੀ ਤੇ ਸੰਬੋਧਨ ਕਰਕੇ ਦੁਨੀਆ ਦੇ ਲੋਕਾਂ ਨੂੰ ਮੇਰਾ ਹਜ਼ੂਰ ਕਹਿੰਦਾ, ਲੋਗੋ
ਅਜੇ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਝੁਕ ਜਾਓ, ਉਹਦੇ ਕੌਤਕਾਂ ਦਾ ਕੋਈ ਪਤਾ ਨਹੀਂ ਕੀ ਖੇਡ ਵਰਤਾਣੀ। ਉੱਥੇ ਹਜ਼ੂਰ ਨੇ ਬਚਨ ਕਿਹਾ, ਜੇ ਖੁਸ਼ੀ ਹੈ ਤੇ ਨਾਲ ਗਮੀ ਵੀ ਹੈ। ਸਾਹਿਬ ਕਹਿਣ ਲੱਗੇ, ਦਾਤਾ ਆਈ ਲੋਕ ਨੇ ਜਿਹੜੇ ਕੈਦ ਵਿੱਚ ਪਈਆਂ ਹੋਈਆਂ ਇਸਤਰੀਆਂ ਨੇ, ਕਦੀ ਇਹਨਾਂ ਦੇ ਸਿਰ ਤੇ ਕੰਘੀਆਂ ਫੇਰਦੀਆਂ ਸਨ, ਸੋਹਣੇ ਕੇਸ ਵਾਂਦੀਆਂ ਸਨ, ਤੇ ਕੇਸਾਂ ਦੀ ਪੱਟੀ ਦੇ ਵਿੱਚ, ਕੇਸਾਂ ਦੀ ਉਸ ਲਕੀਰ ਦੇ ਵਿੱਚ ਸੰਧੂਰ ਭਰਦੀਆਂ ਸਨ। ਪਰ ਅੱਜ ਉਹੀ ਕੇਸ ਬਾਬਰ ਦੇ ਸਿਪਾਹੀਆਂ ਨੇ ਕੈਂਚੀਆਂ ਨਾਲ ਕੱਟ ਦਿੱਤੇ ਨੇ ਤੇ ਗਲੇ ਵਿੱਚ ਧੂੜ ਜੰਮ ਗਈ, ਬੋਲ ਨਹੀਂ ਸਕਦੀਆਂ। ਉਹੀ ਨੇ ਜਿਹੜੀਆਂ ਕਦੀ ਮਹੱਲਾਂ ਵਿੱਚੋਂ ਇੱਕ ਪੈਰ ਵੀ ਬਾਹਰ ਨਹੀਂ ਸਨ ਕੱਢਦੀਆਂ, ਅੱਜ ਮੇਰੇ ਮਾਲਕਾ ਉਹਨਾਂ ਮਹੱਲਾਂ ਦੇ ਬਾਹਰ ਬਹਿਣ ਨੂੰ ਇਹਨਾਂ ਨੂੰ ਥਾਂ ਵੀ ਨਸੀਬ ਨਹੀਂ ਹੁੰਦੀ ਪਈ। ਸਾਹਿਬ ਨੇ ਉੱਥੇ ਕਿਹਾ ਸੀ, ਕਹਿਣ ਲੱਗੇ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ। ਸਾਹਿਬ ਕਹਿੰਦੇ ਨੇ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣਾ ਦੂਰ। ਤੇ ਸਾਹਿਬ ਨੇ ਇੱਥੇ ਜਿਹੜਾ ਬਚਨ ਕਿਹਾ, ਕਹਿਣ ਲੱਗੇ, ਮਰਦਾਨਿਆਂ ਜੁੜ ਜਾ ਉਹਦੇ ਚਰਨਾਂ ਵਿੱਚ ਤੇ ਬਸ ਇੱਕੋ ਬੇਨਤੀ ਕਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੇ ਵੇਸ। ਮੇਰਾ ਵਾਹਿਗੁਰੂ ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਪਤਾ ਨਹੀਂ ਤੂੰ ਕਿਹੜੇ ਕਿਹੜੇ ਕੌਤਕ ਵਰਤਾ ਦੇਣੇ। ਅਗਲਾ ਬਚਨ ਜਿਹੜਾ ਹਜ਼ੂਰ ਨੇ ਕਿਹਾ, ਕਹਿਣ ਲੱਗੇ, ਇਹ ਹੀ ਨੇ ਉਹ ਨੌਜਵਾਨ ਇਸਤਰੀਆਂ ਜਿੱਦਣ ਸ਼ਾਦੀ ਹੋਈ ਲਾੜੇ ਨਾਲ ਸਨ, ਡੋਲੀਆਂ ਵਿੱਚ ਬੈਠ ਕੇ ਆਈਆਂ, ਉੱਪਰੋਂ ਪਾਣੀ ਵਾਰ ਕੇ ਸੱਸ ਨੇ ਪੀਤਾ ਤੇ ਕੀਮਤੀ ਪੱਖੇ ਜਿਨ੍ਹਾਂ ਵਿੱਚ ਮੋਤੀ ਚਮਕਦੇ ਸਨ, ਨੌਕਰਾਣੀਆਂ ਨੇ ਪੱਖੇ ਝੱਲੇ। ਇੰਨੀ ਦੌਲਤ ਸੀ, ਸਗਨ ਲੈਂਦੀਆਂ ਸਨ 1 ਲੱਖ ਬਹਿਣ ਦਾ, 1 ਲੱਖ ਉੱਠਣ ਦਾ, ਗਰੀ ਸਵਾਰਿਆਂ ਦੇ ਆਨੰਦ ਮਾਰੇ। ਪਰ ਅੱਜ ਉਹੀ ਗਲੇ ਨੇ ਜਿਨ੍ਹਾਂ ਗਲਿਆਂ ਵਿੱਚ ਸੁੱਚੇ ਮੋਤੀਆਂ ਦੀਆਂ ਮਾਲਾ ਸਨ, ਅੱਜ ਉਹਨਾਂ ਗਲਿਆਂ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੀਆਂ ਪਾ ਦਿੱਤੀਆਂ ਤੇ ਜਦੋਂ ਖਿੱਚਦੇ ਨੇ ਤੇ ਮੋਤੀ ਇੱਕ ਇੱਕ ਕਰਕੇ ਤਿੜਕ ਤਿੜਕ ਕੇ ਟੁੱਟ ਕੇ ਜ਼ਮੀਨ ਤੇ ਡਿੱਗਦੇ ਪਏ। ਇਹ ਉਹਦੀ ਖੇਡ ਹੀ। ਸਾਹਿਬ ਨੇ ਉੱਥੇ ਬਚਨ ਕਿਹਾ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਖਿਰ ਡੋਲੀ ਚੜਾਈਆਂ ਦੰਦ ਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਐ ਚੱਲੇ ਚਮਕਣ ਪਾਸ, 1 ਲੱਖ ਲੈਣ ਬਹਿਤੀਆਂ ਲੱਖ ਲੈਣ ਖੜੀਆਂ, ਗਰੀ ਸੁਹਾਰੇ ਖਾਂਦੀਆਂ ਮਾਨਣ ਛੇਜੜੀਆਂ। ਅੱਗੇ ਸਾਹਿਬ ਕਹਿੰਦੇ ਨੇ, 3 ਗਲ ਸਿਲਕਾਂ ਪਾਈਆਂ। ਇੱਥੇ ਸਿਲਕਾਂ ਦਾ ਅਰਥ ਹੈ, ਸਿਲਕ ਦਾ ਅਰਥ ਹੈ ਰੱਸੀ। ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੀਆਂ ਪਾ ਦਿੱਤੀਆਂ। 3 ਗਲ ਸਿਲਕਾਂ ਪਾਈਆਂ, ਟੁੱਟਣ ਮੁੱਤ ਸਰੀਆਂ, ਧਨ ਜੋਬਨ ਤੋਂ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਦੇਖ ਉਸ ਵਾਹਿਗੁਰੂ ਦੀ ਖੇਡ, ਇੰਨੇ ਪੱਤ ਵਾਲੇ ਲੋਕ ਸਨ, ਅੱਜ ਰੱਬ ਨੇ ਪੱਤ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ। ਮੇਰੇ ਗੁਰੂ ਅਰਜਨ ਸਾਹਿਬ ਅੱਜ ਇਹ ਤਾਂ ਬਚਨ ਸਾਨੂੰ ਕਹਿੰਦੇ ਨੇ, ਕਹਿਣ ਲੱਗੇ, ਯਾਦ ਰੱਖੀ ਜਨਮੰਗ ਤਾਂ ਮਰਨੰਗ। ਜੇ ਜਨਮ ਹੋਇਆ ਤੇ ਮੌਤ ਨੂੰ ਭੁੱਲੀ ਨਾ, ਕਿਉਂਕਿ ਮੌਤ ਤੇ ਜਨਮ ਤੋਂ ਬਾਅਦ ਜੇ ਕਿਸੇ ਨੇ ਆਉਣਾ ਤੇ ਕੇਵਲ ਮੌਤ ਨੇ ਆਉਣਾ। ਸਾਧ ਸੰਗਤ, ਗੁਰੂ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ, ਜਨਮ ਤੋਂ ਬਾਅਦ ਕਿਸੇ ਦਾ ਕੋਈ ਭਰੋਸਾ ਨਹੀਂ। ਜਿਸ ਬੱਚੇ ਦਾ ਜਨਮ ਹੋਇਆ ਇਹਨੇ ਵੱਡਿਆਂ ਹੋ ਕੇ ਧਰਮੀ ਬਣਨਾ, ਸੰਤ ਬਣਨਾ, ਜਾਂ ਗੁਰਮੁਖ ਬਣਨਾ, ਜਾਂ ਸਾਖਤ ਬਣਨਾ, ਜਾਂ ਮਨਮੁਖ ਬਣਨਾ, ਡਾਕਟਰ ਬਣਨਾ, ਵਕੀਲ ਬਣਨਾ, ਜਾਂ ਇੰਜੀਨੀਅਰ ਬਣਨਾ। ਪਰ ਇੱਕ ਹਰ ਇੱਕ ਨੂੰ ਪਤਾ ਹੈ ਕਿ ਜਿਹੜਾ ਜੰਮਿਆ ਹੈ ਇਹਦੇ ਜੀਵਨ ਦਾ ਕੋਈ ਭਰੋਸਾ ਨਹੀਂ, ਇਦਨ ਕਿੰਨੇ ਕਿਹੜੇ ਪਾਸੇ ਵਹਿ ਤੁਰਨਾ ਹੈ। ਪਰ ਇੱਕ ਯਕੀਨ ਜ਼ਰੂਰ ਹੈ, ਜਿਹੜਾ ਜੰਮਿਆ ਇਹਦੀ ਮੌਤ ਜ਼ਰੂਰ ਹੋਵੇਗੀ, ਮੌਤ ਅਵਸ਼ ਹੈ। ਇਹੀ ਕਾਰਨ ਹਜ਼ੂਰ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ, ਮਾਂ ਤੂੰ ਬੱਚੇ ਨੂੰ ਗੋਦ ਵਿੱਚ ਬਿਠਾਨੀ ਹੈ ਤੇ ਲੋਰੀ ਦੇ ਕੇ ਕਹਿੰਦੀ ਹੈ ਮੇਰਾ ਹੈ ਮੇਰਾ ਹੈ, ਪਰ ਚੱਲੀਏ ਤੇਰੇ ਤੇ ਖਲੋਤੀ ਮੌਤ ਸਿਰ ਤੇ ਹੱਸਦੀ ਏ ਤੇ ਕਹਿੰਦੀ ਏ ਅਸਲ ਵਿੱਚ ਇਹ ਤੇਰਾ ਨਹੀਂ, ਇਹ ਮੇਰਾ ਹੈ। ਤੂੰ ਜਿਤਨੀ ਮਰਜ਼ੀ ਲੋਰੀ ਦੇ ਲੈ, ਜਿਹਨੂੰ ਜਨਮ ਦੇ ਕੇ ਤੂੰ ਲੋਰੀਆਂ ਦੇਣੀ ਏ, ਜਿਉਂ ਜਿਉਂ ਇਹਨੇ ਵੱਡੇ ਹੋਣਾ, ਮੌਤ ਕਹਿੰਦੀ ਤਿਉਂ ਤਿਉਂ ਮੇਰੀ ਝੋਲੀ ਦੇ ਨੇੜੇ ਆਈ ਜਾਣ। ਸਾਹਿਬ ਨੇ ਬਚਨ ਕੀਤਾ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੇ, ਇਹਨਾਂ ਕਿਸੇ ਨੂੰ ਕੋਈ ਪਤਾ ਨਹੀਂ। ਜੇ ਦਿਨ ਦਿਨ ਅਵਧ ਘਟਦਾ ਹੈ, ਮੋਰ ਮੋਰ ਕਰ ਅਦਕ ਲਾਗ ਤਰ, ਦੇਖਤ ਹੀ ਜਮਰਾਓ ਹਸੈ। ਸਾਹਿਬ ਕਹਿਣ ਲੱਗੇ, ਮੇਰਾ ਮੇਰਾ ਕਹਿੰਦੀ ਏ ਤੇ ਮੌਤ ਵੇਖ ਵੇਖ ਕੇ ਹੱਸ ਕੇ ਕਹਿੰਦੀ ਏ ਤੇਰਾ ਨਹੀਂ, ਇਹ ਅਸਲ ਵਿੱਚ ਮੇਰਾ ਹੈ। ਜਨਮੰਗ ਤਾਂ ਮਰਨੰਗ, ਜੇ ਜਨਮ ਹੋਇਆ ਮੌਤ ਅਵਸ਼ੇ, ਕਿਉਂਕਿ ਔਧ ਘਟੈ ਦਿਨ ਸਰੈਣਾ ਰੇ, ਦਿਨ ਰਾਤ ਕਰਕੇ ਉਮਰ ਘਟਦੀ ਪਈ ਏ। ਜਨਮੰਗ ਤਾਂ ਮਰਨੰਗ, ਜਨਮ ਹੋਇਆ ਤੇ ਮੌਤ ਅਵਸ਼ੇ। ਸਾਹਿਬ ਕਹਿੰਦੇ ਨੇ ਹਰਖੰਗ ਤਾਂ ਸੋਗੰਗ, ਜਦੋਂ ਜਨਮ ਹੋਇਆ
उदों वधाइयां मिलियां ने, पर याद रखी जिस घर दे अंदर वधाइयां मिलियां ने उस घर दे अंदर कदी अलाणियां दा पाठ भी सुनिया जाता। कई बारी हैरान होईदा, मेरे सतगुरु ने ना सिख नूं भाणे विच रखिया जे। कदी तको असीं पढ़ने आनंद साहिब दा पाठ करने आ ते कई बारी मन विच आउंदा भी आनंद साहिब क्यों, जदों अरदास करने ते हर वारी आनंद साहिब दा पाठ करने आ। असल विच मेरे गुरुदेव ने बड़े कमाल दी बाणी दी रचना कीती। ਜਿਹੜੇ गुरु ग्रंथ साहिब ਦਾ पाठ ਕਰਨ ਵਾਲੇ ਗੁਰਸਿੱਖ ਬੈਠੇ ਨੇ ਉਹਨਾਂ ਨੂੰ ਪਤਾ ਹੈ, ਜਦੋਂ ਅਸੀਂ ਰਾਗ ਵਡਹੰਸ ਪੜ੍ਹਨੇ ਆ ਨਾ ਤੇ ਵਡਹੰਸ ਰਾਗ ਵਿੱਚ ਪਹਿਲਾਂ ਆਉਂਦੀਆਂ ਨੇ ਘੋੜੀਆਂ, ਤੇ ਘੋੜੀਆਂ ਦਾ ਸੰਬੰਧ ਜਿਹੜਾ ਹੈ ਇਹ ਉਸ ਰਸਮ ਦੇ ਨਾਲ ਹੈ। ਜਦੋਂ ਬੱਚਾ ਜਵਾਨ ਹੋਵੇ, ਵਿਆਹ ਚੜੀਏ ਤੇ ਘੋੜੀ ਤੇ ਚੜਦਾ ਤੇ ਭੈਣਾਂ ਉਹਦੇ ਸੁਹਾਗ ਗਾਉਂਦੀਆਂ ਨੇ। ਸੁਹਾਗ ਦੇ ਗੀਤ ਨੂੰ ਘੋੜੀਆਂ ਕਿਹਾ ਜਾਂਦਾ ਹੈ। ਇਹਦਾ ਮਤਲਬ ਘੋੜੀਆਂ ਖੁਸ਼ੀ ਦਾ ਪ੍ਰਗਟਾਵਾ ਹੈ ਨਾ। ਗੁਰੂ ਸਾਹਿਬ ਨੇ ਪਹਿਲਾਂ ਘੋੜੀਆਂ ਦਿੱਤੀਆਂ, ਕਾਇਆ ਵੀ ਇੱਕ ਘੋੜੀ ਹੈ ਤੇ ਘੋੜੀਆਂ ਦੀ ਸਮਾਪਤੀ ਹੋਈ ਤੇ ਮੇਰੇ ਗੁਰਦੇਵ ਨੇ ਨਾਲ ਅਲਾਣੀਆਂ ਦੇ ਦਿੱਤੀਆਂ। ਚੇਤੇ ਰੱਖੀ, ਜਿੱਥੇ ਖੁਸ਼ੀ ਦੇ ਗੀਤ ਗਾਏ ਜਾਣੇ ਨੇ ਉੱਥੇ ਇਹ ਵੀ ਪੜਿਆ ਜਾਣਾ ਹੈ, ਮੋਲਤ ਪੁੰਨੀ ਪਾਈ ਭਰੀ ਜਾਨੀੜਾ ਘੱਟ ਚਲਾਇਆ, ਉੱਥੇ ਭਲਿਆ ਇਹ ਪਿਆਲੀ ਭਰ ਜਾਣੀ ਇੱਕ ਦਿਨ। ਤੇ ਚੇਤੇ ਰੱਖੀ ਉੱਥੇ ਅਲਾਣੀ ਵੀ ਪੜੀ ਜਾਣੀ। ਆਨੰਦ ਸਾਹਿਬ ਦਾ ਪਾਠ ਕਰਨੇ 917 ਅੰਕ ਤੇ ਗੁਰੂ ਬਾਬਾ ਜੀ ਦੇ ਆਨੰਦ ਸਾਹਿਬ ਸ਼ੁਰੂ ਹੁੰਦਾ। कभी देखो सोचने सतगुरु तेरी बाणी की तरतीब ऐसी है, जिथे गुरुदेव दियां वारां खत्म होण उदों बाद भगतां दी बाणी शुरू हुंदी, तुहानूं सब नूं पता है। पर हैरानगी की बात एवे, आनंद साहिब गुरु अमरदास की रचना है। आनंद साहिब तो बाद ही मेरे गुरु अमरदास दे पड़पोते बाबे सुंदर की रचना रामकली साध आ गया। हालांकि तरतीब मुताबक बाणी जिहड़ी है गुरु साहिबाना की बाणी तो सब तो बाद चाहिए, भगतां की बाणी की तरतीब चाहिए। पर असल विच मेरा गुरु कहंदा चेते रखी सिखा, जिथे आनंद है उथे सद नूं चेते रखी सदा आउणे, ते जिथे सदा पै जाए उथे आनंद नूं चेते रखी। दोनों का बराबर समतल है। सतगुरु ने यही कारण जदों असीं आनंद साहिब पढ़ने आ, हरखंग तां सोगंग, पर विरला गुरमुख जिहड़ा इस नूं बुझदा है। कभी तो भाई भिखारी घर विच हलवाई नूं बुलांदा पिया, बच्चे दी शादी दा समान पिया इकट्ठा करदा है, ते शाम पैंदी है सुबह ते सेबा लैके तप्पड़ पिया सोंदा है। गुरु का सिख देखदा भी गुरुदेव ने कहा तू ब्रह्म ज्ञानी दे दर्शन करी, ते कहंदा कि तप्पड़ काहदे लई, बच्चे दी शादी है। ते भाई भिखारी कहंदा इहदी समझ तां कल नूं पैगी ना। शाम पैंदी है दूजे दिन, ਉਹ ਤੱਪੜ ਜਿਹੜਾ ਕੱਲ ਸੀਤਾ ਜਾਂਦਾ ਸੀ, ਪੁੱਤਰ ਦੀ ਲਾਸ਼ ਮੰਜੀ ਤੇ ਪਈ ਏ ਤੇ ਸਾਰੇ ਜੀ ਜਿਹੜੇ ਮੇਲ ਆਏ ਨੇ ਉਹ ਤੱਪੜ ਤੇ ਬੈਠੇ ਨੇ। ਤੇ ਸਿੱਖ ਪੁੱਛਦਾ ਭਾਈ ਭਿਖਾਰੀ, ਜੇ ਤੈਨੂੰ ਪਤਾ ਸੀ ਤੇਰੇ ਪੁੱਤਰ ਨੇ ਚਲੇ ਜਾਣਾ ਤੇ ਫਿਰ ਤੂੰ ਰਾਤ ਅਰਦਾਸ ਕਰਕੇ ਗੁਰੂ ਤੋਂ ਪੁੱਤਰ ਲਈ ਉਮਰ ਕਿਉਂ ਨਹੀਂ ਮੰਗੀ? ਤੇ ਭਾਈ ਭਿਖਾਰੀ ਕਹਿੰਦਾ ਮੈਂ ਤਾਂ ਅਰਦਾਸਾਂ ਬੜੀਆਂ ਕੀਤੀਆਂ। ਫਿਰ ਕਹਿਣ ਲੱਗਾ ਤੇਰੀ ਗੁਰੂ ਨੇ ਮੰਨੀ ਨਾ? ਭਾਈ ਭਿਖਾਰੀ ਕਹਿੰਦਾ ਮੰਨ ਤਾਂ ਲਈ। ਪੁੱਛਿਆ ਕੀ ਮੰਨੀ? ਤੇਰੇ ਜਵਾਨ ਪੁੱਤਰ ਦੀ ਮੌਤ ਹੋ ਗਈ, ਵਿਆਹ ਦੇ ਵਕਤ ਮੌਤ। ਕਹਿਣ ਲੱਗਾ ਮੈਨੂੰ ਪਤਾ ਸੀ ਪੁੱਤਰ ਨੇ ਚਲੇ ਜਾਣਾ ਤੇ ਮੈਂ ਅਰਦਾਸ ਕਰਦਾ ਸਾਂ ਮੇਰੇ ਗੁਰੂ ਅਰਜਨ ਸਾਹਿਬ ਜਿੱਦਣ ਜੰਮਿਆ ਸੀ ਨਾ ਰੱਖਿਆ ਸੀ ਉਦਣ ਪੜਿਆ ਸੀ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਵਿਆਹ ਹੋਣਾ, ਘੋੜੀ ਚੜਨ ਤੋਂ ਪਹਿਲਾਂ ਅਰਦਾਸ ਕੀਤੀ ਏ ਤੇ ਪੜਿਆ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਕੱਲ ਨੂੰ ਜਦੋਂ ਇਸ ਪੁੱਤਰ ਦੀ ਲਾਸ਼ ਆ ਜਾਏ ਉਦੋਂ ਕਿਰਪਾ ਕਰੀ ਭਿਖਾਰੀ ਦੇ ਮੂੰਹ ਵਿੱਚੋਂ ਇਹ ਹੀ ਨਿਕਲੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਿਆਰਿਆ, ਉਸ ਗੁਰੂ ਨੇ ਅੰਦਰ ਦਾ ਟਿਕਾ ਦੇ ਦਿੱਤਾ। ਤਾਂ ਹੀ ਤਾਂ ਆਨੰਦ ਸਾਹਿਬ ਸਿੱਖ ਪੜ੍ਹਦਾ ਹੈ ਕਿ ਹਰਕ ਤੇ ਸੋਗ ਨੂੰ ਚੇਤੇ ਰੱਖੇ, ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ। ਸਾਹਿਬ ਕਹਿੰਦੇ ਨੇ ਭੋਗੰਗ ਤਾਂ ਰੋਗੰਗ। ਜਿੱਥੇ ਭੋਗ ਨੇ, ਜਿੱਥੇ ਪਦਾਰਥਾਂ ਦੀ ਬਹੁਤਾਤ ਹੈ ਉੱਥੇ ਰੋਗ ਪੈਦਾ ਹੈ। ਧਿਆਨ ਰੱਖਣਾ, ਸਤਿਗੁਰੂ ਨੇ ਸਿੱਖ ਨੂੰ ਰੋਜੀ ਦਿੱਤੀ ਹੈ, ਸਾਨੂੰ ਭੋਜਨ ਦਿੱਤਾ ਹੈ ਇਸ ਕਰਕੇ ਕਿ ਉਹਨਾਂ ਨੂੰ ਖਾਈਏ। ਭੋਜਨ ਖਾਈਦਾ ਜੀਣ ਲਈ, ਨਾ ਕਿ ਬੰਦਾ ਜੀਵੇ ਭੋਜਨ ਖਾਣ ਵਾਸਤੇ। ਦੋਨਾਂ ਵਿੱਚ ਬੜਾ ਅੰਤਰ ਹੈ। ਜਿੱਥੇ ਭੋਗ ਹੈ ਉੱਥੇ ਰੋਗ ਹੈ। ਸਾਹਿਬ ਕਹਿੰਦੇ ਨੇ ਊਚੰਗ ਤਾਂ ਨੀਚੰਗ, ਜਿੱਥੇ ਉੱਚਾਪਣ ਹੈ ਉੱਥੇ ਨੀਵਾਂਪਣ ਵੀ। ਜੇ ਅੱਜ ਉੱਚਾ ਹੈ ਕੱਲ ਨੂੰ ਨੀਵਾਂ ਵੀ ਡਿੱਗ ਸਕਣਾ। ਨਾਨਾ, ਨਾਨਾ ਦਾ ਅਰਥ ਹੁੰਦਾ ਬਿਲਕੁਲ ਛੋਟਾ। ਸੋ ਮੂਚੰਗ, ਮੂਚੰਗ ਦਾ ਅਰਥ ਹੈ ਉੱਚਾ ਵੱਡਾ। ਜਿੱਥੇ ਨੀਵਾਂਪਣ ਹੈ ਉੱਥੇ ਮੇਰੇ ਵਾਹਿਗੁਰੂ ਨੇ ਵੱਡਪਣ ਵੀ ਪੈਦਾ ਕੀਤਾ ਹੈ। ਨੀਵਿਆਂ ਨੂੰ ਉੱਚਿਆਂ ਚੁੱਕਦਿਆਂ ਵੀ ਦੇਰ ਨਹੀਂ ਲਾਂਦਾ। ਜਿੱਥੇ ਉੱਚੇ ਨੇ ਉਹਨਾਂ ਨੂੰ ਨੀਵਿਆਂ ਕਰਦਿਆਂ ਵੀ ਖਿੰਨ ਲਾਂਦਾ ਹੈ।
ਉਹਦੀ ਖੇਡ ਹੈ ਨਾ। ਮੈਂ ਕੱਲ ਅਰਜ਼ ਕੀਤੀ ਸੀ ਇੱਕ ਭਗਤ ਵਜੀਦੇ ਬਾਰੇ, ਉਹਦੀਆਂ ਕੁਝ ਕੁ ਰੁਬਾਈਆਂ ਬੜੇ ਕਮਾਲ ਦੀਆਂ ਨੇ। ਉਹ ਆਂਦਾ ਉਹਦੀ ਖੇਡ ਦਾ ਕੋਈ ਪਤਾ ਨਹੀਂ। ਉਹ ਕਹਿੰਦਾ ਬੜੇ ਪਿਆਰੇ ਉਹ ਬਚਨ ਲਿਖਦਾ, ਕਹਿਣ ਲੱਗੇ ਇਕਨਾਂ ਦੇ ਧਨ ਪੱਲੇ ਸ਼ਾਹ ਸਦਾਏ ਦੇ, ਇਕਨਾਂ ਦੇ ਘਰ ਤਜੋਰੀਆਂ ਭਰੀਆਂ ਨੇ। ਲੋਕ ਕਹਿੰਦੇ ਨੇ ਸ਼ਾਹਾਂ ਦਾ ਘਰ ਹੈ। ਪਹਿਲਣ ਮਲਮਲ ਖਾਸ, ਪਹਿਲਣ ਮਲਮਲ ਖਾਸਾ, ਮੁਸ਼ਕ ਹੰਢਾਏ ਦੇ। ਉਹ ਕੀਮਤੀ ਕੱਪੜੇ ਪਾਉਂਦੇ ਨੇ ਤੇ ਆਪਣੇ ਕੱਪੜਿਆਂ ਤੇ ਸੁਗੰਧੀ ਛਿੜਕ ਕੇ ਬਾਹਰ ਨਿਕਲਦੇ ਨੇ। ਉਹ ਲਿਖਦਾ ਪਿਆਰੇ ਯਾਦ ਰੱਖੀ, ਇਕਨਾਂ ਦੇ ਧਨ ਪੱਲੇ ਸ਼ਾਹ ਸਦਾਏ ਦੇ, ਪਹਿਲਣ ਮਲਮਲ ਖਾਸਾ, ਮੁਸ਼ਕ ਹੰਢਾਏ ਦੇ। ਇਕਨਾ ਪਵੇ ਨਾ ਭਿੱਕ ਫਿਰਦੇ ਦਰ ਬਦਰ, ਇਕਨਾਂ ਦੀ ਝੋਲੀ ਵਿੱਚ ਕੋਈ ਖੈਰ ਨਹੀਂ ਪਾਉਂਦਾ। ਵਜੀਦਿਆ ਕੌਣ ਕਹਿ ਸਾਹਿਬ ਨੂੰ ਅੰਜ, ਨਹੀਂ ਤਾਂ ਇੰਜ ਕਰ ਉਹਦੀ ਖੇਡ ਹੀ, ਉਹਦੇ ਖੇਡ ਦਾ ਕੋਈ ਅੰਤ। ਅੱਜ ਜਦੋਂ ਆਸਾ ਦੀ ਵਾਰ ਸੀ ਸੁਣੇ, ਅੰਤਲਾ ਸ਼ਲੋਕ ਭਾਵੇਂ ਕੋਈ 2 ਸ਼ੰਤ ਪੜੇ ਭਾਵੇਂ 4 ਸ਼ੰਤ ਪੜੇ, ਆਸਾ ਦੀਵਾਰ ਦਾ ਭੋਗ ਅੰਤਲੇ ਸ਼ੰਤ ਤੇ ਪਾਇਆ ਜਾਂਦਾ ਹੈ। ਹਰ ਜੁਗ ਜੁਗ ਭਗਤ ਉਪਾਇਆ ਤੇ ਜਦੋਂ ਇਹ ਸ਼ਲੋਕ ਪੜ੍ਹਨੇ ਮੇਰੇ ਹਜ਼ੂਰ ਨੇ ਕਮਾਲ ਕੀਤੀ। ਕਹਿਣ ਲੱਗੇ ਉਹਦੀ ਰਚਨਾ, ਉਹਦੀ ਖੇਡ ਹੈ, ਪਤਾ ਨਹੀਂ ਉਹਨੇ ਕੀ ਖੇਡ ਵਰਤਾਣੀ। ਉੱਚਿਆਂ ਨੂੰ ਨੀਵੇਂ, ਨੀਵਿਆਂ ਨੂੰ ਉੱਚੇ। ਕਹਿਣ ਲੱਗੇ ਭਾਂਡੇ ਇੱਕੋ ਨੇ। ਅਸੀਂ ਤੱਕਨੇ ਆ ਮਿੱਟੀ ਦਾ ਇੱਕ ਭਾਂਡਾ ਹੈ ਜਿਹਦੇ ਵਿੱਚ ਅੰਮ੍ਰਿਤ ਵਰਗਾ ਦੁੱਧ ਪਿਆ ਹੈ, ਤੇ ਦੂਜਾ ਭਾਂਡਾ ਜਿਹੜਾ ਉਹ ਵਿਚਾਰਾ ਸਾਰਾ ਦਿਨ ਅੱਗ ਤੇ ਸੜੀ ਜਾਂਦਾ ਹੈ। ਇੱਕ ਭਾਂਡੇ ਵਿੱਚ ਅੰਮ੍ਰਿਤ ਹੈ, ਦੂਜਾ ਅੱਗ ਤੇ ਸੜਦਾ ਹੈ। ਹਜ਼ੂਰ ਕਹਿੰਦੇ ਨੇ ਜੀਵਨ ਮਨੁੱਖ ਦਾ ਹੈ, ਸਰੀਰ ਇੱਕ ਭਾਂਡਾ ਹੀ। ਇੱਕ ਭਾਂਡੇ ਉਹ ਨੇ ਜਿਨ੍ਹਾਂ ਵਿੱਚ ਨਾਮ ਅੰਮ੍ਰਿਤ ਚੁਕਾ ਦਿੱਤਾ, ਇੱਕ ਭਾਂਡੇ ਉਹ ਨੇ ਜਿਹੜੇ ਸਾਰਾ ਦਿਨ ਈਰਖਾ ਦੀ ਅੱਗ ਵਿੱਚ ਸੜੀ ਜਾਂਦੇ। ਇੱਕ ਭਾਂਡੇ ਉਹ ਨੇ ਜਿਹੜੇ ਰਾਤ ਨੂੰ ਮੰਜੇ ਤੇ ਸੋਹਣੇ ਬਿਸਤਰੇ ਵਿਛਾ ਕੇ ਸੁੱਤੇ ਨੇ, ਤੇ ਆਖਰ ਉਹ ਵੀ ਬੰਦਾ ਹੈ ਨਾ ਜਿਹੜਾ ਸੁੱਤੇ ਹੋਏ ਤੇ ਸਾਰੀ ਰਾਤ ਜਾ ਕੇ ਪਹਿਰਾ ਦਿੰਦਾ। ਹੈਣ ਤਾਂ ਦੋਨੋਂ ਬੰਦੇ। ਸਾਹਿਬ ਕਹਿਣ ਲੱਗੇ ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ, ਨਿਹਾਲੀ ਦਰ ਤੇ ਬਿਸਤਰੇ ਤੁਲਾਈਆਂ। ਇੱਕ ਤੁਲਾਈਆਂ ਵਿਛਾ ਕੇ ਸੁੱਤੇ ਨੇ, ਇੱਕ ਉੱਪਰ ਰਹਿਣ ਖੜੇ, ਇੱਕ ਕੁਰਾੜੇ ਪਿਆ ਮਾਰਦਾ, ਇੱਕ ਵਿਚਾਰਾ ਜਾ ਕੇ ਕੁਰਾੜੇ ਵਾਲਿਆਂ ਦਾ ਪਹਿਰਾ ਪਿਆ ਦਿੰਦਾ। ਪਰ ਭਾਂਡੇ ਤਾਂ ਦੋਵੇਂ ਰੱਬ ਦੇ ਨੇ ਨਾ। ਸਾਹਿਬ ਕਹਿੰਦੇ ਨੇ ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਜਿਹਦੇ ਤੇ ਤੇਰੀ ਕਿਰਪਾ ਹੋ ਜਾਏ। ਸਾਹਿਬ ਕਹਿਣ ਲੱਗੇ ਜਿਹੜੇ ਉੱਚੇ ਨੇ ਉਹਨਾਂ ਨੂੰ ਰੱਬ ਨੀਵਿਆਂ ਕਰ ਦਿੰਦਾ, ਤੇ ਜਿਹੜੇ ਨੀਵੇਂ ਨੇ ਉਹਨਾਂ ਨੂੰ ਉੱਚੇ ਕਰ ਦਿੰਦਾ। ਬਾਬਾ ਫਰੀਦ ਸਾਹਿਬ ਦਾ ਪਵਿੱਤਰ ਬਚਨ ਇੱਕ ਹੁੰਦਾ ਹੈ। ਉਹਨਾਂ ਦੇ ਬਚਨ ਦੀ ਹਰ ਇੱਕ ਢੰਗ ਨਾਲ ਵਿਆਖਿਆ ਵੱਖ-ਵੱਖ ਢੰਗ ਨਾਲ ਵਿਦਵਾਨ ਕਰਦੇ ਨੇ। ਉਹ ਕਹਿੰਦੇ ਨੇ ਜਿਹੜੀ ਮਿੱਟੀ ਹੈ ਨਾ ਤੂੰ ਮਿੱਟੀ ਬਣ ਜਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਪਰਤ ਕੇ ਆਉਂਦਾ ਹੈ, ਹੋ ਸ਼ਬਨਾ ਕੀ ਰੇਣੁਕਾ। ਜਦ ਆਪਾਂ ਪੜ੍ਹਨੇ ਹਮ ਸੰਤਨ ਕੀ ਰੇਨ ਪਿਆਰੇ, ਸਾਹਿਬ ਨੇ ਬੜੀ ਵਾਰੀ ਬਾਣੀ ਵਿੱਚ ਕਿਹਾ ਧੂੜ ਬਣ ਜਾ, ਰੇਣ ਬਣ ਜਾ। ਤੇ ਸੋਚੀਦਾ ਵੀ ਗੁਰਦੇਵ ਕਿਉਂ ਕਹਿੰਦੇ ਨੇ ਤੂੰ ਮਿੱਟੀ ਬਣ ਜਾ, ਇਹਦਾ ਕਾਰਨ ਕੀ ਹੈ? ਤੇ ਇਹਦਾ ਉੱਤਰ ਨਾ ਬਾਬਾ ਫਰੀਦ ਜੀ ਨੇ ਦਿੱਤਾ। ਕਹਿਣ ਲੱਗੇ ਅਸਲ ਵਿੱਚ ਜਿਹੜੇ ਨੀਵੇਂ ਰਹਿੰਦੇ ਨੇ ਨਾ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਤੇ ਜਿਹੜੇ ਮਾਨ ਵਿੱਚ ਉੱਚੇ ਤੁਰਦੇ ਨੇ ਉਹ ਜੀਵਨ ਦੀ ਬਾਜੀ ਹਾਰ ਕੇ ਜਾਂਦੇ। ਕਿਵੇਂ ਜੀ? ਬਾਬਾ ਜੀ ਨੇ ਉਦਾਹਰਨ ਦਿੱਤੀ। ਕਹਿਣ ਲੱਗੇ ਸੀ ਤੁਰਨੇ ਆ ਜ਼ਮੀਨ ਤੇ ਮਿੱਟੀ ਸਾਡੇ ਪੈਰਾਂ ਥੱਲੇ, ਤੇ ਜਿੰਨੀ ਦੇਰ ਤੱਕ ਜਿੰਦੇ ਰਹਿਣਾ ਮਿੱਟੀ ਨੇ ਵਿਚਾਰੀ ਨੇ ਸਾਡੇ ਪੈਰਾਂ ਥੱਲੇ ਰਹਿਣਾ। ਪਰ ਯਾਦ ਰੱਖਣਾ ਜਿਹੜੀ ਮਿੱਟੀ ਨੂੰ ਸਾਰੀ ਜ਼ਿੰਦਗੀ ਆਪਾਂ ਪੈਰਾਂ ਨਾਲ ਕੁਚਲ ਕੇ ਥੱਲੇ ਲਤਾੜ ਕੇ ਲੰਘਣੇ ਆ, ਜਿਹੜੀ ਸਾਰੀ ਜ਼ਿੰਦਗੀ ਸਾਡੀ ਠੋਕਰਾਂ ਸਹਿੰਦੀ ਏ, ਇੱਕ ਦਿਨ ਐਸਾ ਆਉਣਾ ਇਹ ਮਿੱਟੀ ਜਿਹੜੀ ਇਹ ਥੱਲਿਓਂ ਉੱਠ ਕੇ ਸਾਡੇ ਸਰੀਰ ਤੇ ਹੋਵੇਗੀ, ਤੇ ਜਿਹੜਾ ਇਹਨੂੰ ਕੁਚਲਣ ਵਾਲਾ ਸਰੀਰ ਉਹ ਮਿੱਟੀ ਦੇ ਥੱਲੇ ਲੰਮਾ ਪਿਆ ਹੋਵੇਗਾ। ਮਿੱਟੀ ਜਿੱਤੇਗੀ, ਬੰਦਾ ਹਾਰੇਗਾ। ਇਹੀ ਕਾਰਨ ਕਹਿਣ ਲੱਗੇ ਫਰੀਦਾ ਖਾਕ ਨਾ ਨਿੰਦਿਆ, ਖਾਕੂ ਜੇੜ ਨਾ ਕੋਈ, ਸਭ ਤੋਂ ਨੀਵੀਂ ਰਹਿੰਦੀ ਰੱਬ ਨੇ ਉੱਚੀ ਕਰ ਦਿੱਤੀ। ਕਹਿਣ ਲੱਗੇ ਜੀਵਨ ਦੀਆਂ ਪੈਰਾਂ ਤਲੇ, ਜਿਉਂਦਿਆਂ ਤੇ ਪੈਰਾਂ ਥੱਲੇ ਦਬਣੇ, ਮੋਇਆ ਉੱਪਰ ਹੋਏ, ਮਰਨ ਤੋਂ ਬਾਅਦ ਇਹ ਮਿੱਟੀ ਜਿੱਤ ਗਈ, ਤੇਰੇ ਤੋਂ ਉੱਚੀ ਚਲੀ ਗਈ। ਇਹੀ ਹਜ਼ੂਰ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਯਾਦ ਰੱਖੀ ਮਣਾ, ਉਹਦੀ ਖੇੜੀ ਉੱਚਿਆਂ ਨੂੰ ਨੀਵੇਂ, ਨੀਵਿਆਂ ਨੂੰ ਉੱਚੇ ਕਰਦਾ। ਅਗਲਾ ਬਚਨ ਕੀਤਾ ਰਾਜੰਗ ਤਾਂ ਮਾਨੰਗ, ਜਦੋਂ ਰਾਜ ਆ ਜਾਏ ਬੰਦਾ ਉਦੋਂ ਹੰਕਾਰੀ। ਚੇਤੇ ਰੱਖਿਓ ਜਦੋਂ ਕੁਝ ਨਹੀਂ ਨਾ ਕਿਸੇ ਬੰਦੇ ਨੂੰ ਮਿਲਦਾ, ਨਿਮਰਤਾ ਵੇਖਣ ਦੇ ਬੜੇ ਤਰੀਕੇ ਨੇ। ਜਦੋਂ ਬੰਦੇ ਕੋਲ ਤਾਕਤ ਨਾ ਹੋਵੇ ਤੇ ਉਦੋਂ ਝੁਕ ਕੇ ਤੁਰੇ, ਆਪਾਂ ਕਹਾਂਗੇ ਬੜਾ ਨਿਮਰਤਾ ਵਾਲਾ ਬੰਦਾ ਜੇ। ਉਹਦੀ ਨਿਮਰਤਾ ਕਦੀ ਉਦੋਂ ਨਾ ਤੱਕੋ ਜਦੋਂ ਉਹਦੇ ਪੱਲੇ ਕੁਝ ਹੈ ਨਹੀਂ। ਕਿਸੇ ਦੀ ਨਿਮਰਤਾ ਤੱਕਣੀ ਉਦੋਂ ਦੇਖੋ ਜਦੋਂ ਰੱਬ ਉਹਦੇ ਪੱਲੇ ਕੁਝ ਪੈਦਾ ਕਰ ਦੇ, ਉਦੋਂ ਤੱਕੋ ਉਹਦੀ ਹਵਾ ਵੱਲ ਕੋਈ ਤੱਕਦਾ। ਸਾਹਿਬ ਕਹਿੰਦੇ ਨੇ ਰਾਜੰਗ ਤਾਂ ਮਾਨੰਗ, ਰਾਜ ਆਇਆ ਨਾਲ ਹੰਕਾਰ ਆ ਗਿਆ, ਤੇ ਜਿੱਥੇ ਹੰਕਾਰ ਆ ਗਿਆ ਅਭਿਮਾਨਕ ਤਾਂ ਹੀਨੰਗ। ਜਿੱਥੇ ਹੰਕਾਰ ਆਇਆ ਚੇਤੇ ਰੱਖੀ ਰੱਬ ਦੇ ਘਰ ਵੀ ਤੇਰੀ ਨਰਾਦਰੀ ਹੋਵੇਗੀ। ਹੀਨੰਗ ਦਾ ਅਰਥ ਇੱਥੇ ਨਰਾਦਰੀ।
ये हजूर ने 12वीं अष्टपदी विच क्या कहन लगे, जिसका अंतर राज अभिमान सो नरक पाती होत सवान। जेड़ा कहंदा मैं बड़ा वड्डा राजा वां, मेरा गुरु अर्जन पिता कहंदा नरका दा कुत्ता है, ओदी कीमत उते कुत्ते तो वध नहीं पैंदी। राजंगता मानग अभिमानकता हीनग, जदों हंकार कीता भलिया उदों खाली हो गयो, नरादरी सहनी पई। साहब जी कहन लगे पर याद रखी, पर विरत मार्ग मार्गंग वरतंत विनाशनंग। ये संसार दा प्रविरत मार्ग जेड़ा खुशी गमी, उच्चा नीवा, हंकार, राज अभिमान, इन्हें एक दिन परवर्त मार्ग जेड़ा जिदे विच तू खचते इन्हें बिलस जाना है। हजूर की रहना है। साहब जी फिर कह लगे गोबिंद भजन, एक मेरे वाहिगुरु दी बंदगी, किथे साध संगेण असरंग। जदों साध संगत विच बैठ के तू गुरु गुरु जपेगा ना, वो रब दी कीती हुई भगती तेरे ते असर करेगी, तेरे अंदर नू धोवेगी। प्यारिओ, साध संगत कोई जपण वाला गुरमुख मिल जाए ना, ਉਹਦੇ ਨੇੜੇ ਬੈਠਿਆਂ ਤਾਂ ਅੰਦਰ ਨੂੰ ਠੰਡ ਪੈ ਜਾਂਦੀ ਹੈ। ਉਹਦੇ ਨੇੜੇ ਬੈਠਿਆਂ ਤਾਂ ਗੁਰੂ ਅੰਦਰ ਨਾਮ ਦੀ ਰੋਹ ਚਲਾ ਦਿੰਦਾ ਹੈ। ਉਹਦੇ ਨੇੜੇ ਬੈਠਿਆਂ ਤਾਂ ਮਨ ਟਿਕ ਜਾਂਦਾ ਹੈ। ਉਹਦੇ ਕੋਲ ਬੈਠਿਆਂ ਜਿਹੜਾ ਮਨ ਹੈ ਉਹ ਗੁਰੂ ਗੁਰੂ ਜਪਣਾ ਸ਼ੁਰੂ ਕਰ ਦਿੰਦਾ ਹੈ। ਧਿਆਨ ਰੱਖਣਾ, ਨਾਮ ਦੀਆਂ ਤਰੰਗਾਂ ਨਿਕਲਦੀਆਂ ਨੇ, ਉਹਦੇ ਵਿੱਚੋਂ ਨਾਮ ਦੀ ਵੇਵਜ਼ ਇਹੋ ਜਿਹੀਆਂ ਨੇ ਕਿ ਜਿੱਥੋਂ ਤੱਕ ਉਹਦੀ ਨਾਮ ਦੀ ਲਹਿਰ ਜਾਂਦੀ ਬੰਦੇ ਨੂੰ ਕੀਲ ਕੇ ਬਿਠਾ ਦਿੰਦੀ। ਸਾਹਿਬ ਕਹਿੰਦੇ ਨੇ ਗੋਬਿੰਦ ਭਜਨ ਸਾਧ ਸੰਗੇਣ ਅਸ਼ਟੰਗ। ਨਾਨਕ ਭਗਵੰਤ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਗਵੰਤ ਦਾ ਅਰਥ ਹੈ ਵਾਹਿਗੁਰੂ। ਭਜਨਾਸਨੰਗ, ਇਹ ਦੋ ਸ਼ਬਦ ਨੇ, ਭਜਨ ਤੇ ਪਲਸ ਅਸਨ। ਅਸਨ ਦਾ ਅਰਥ ਹੁੰਦਾ ਹੈ ਭੋਜਨ। ਸੰਪਰਦਾਈ ਮਹਾਂਪੁਰਸ਼ਾਂ ਨੇ ਤੇ ਦੂਸਰੇ ਵਿਦਵਾਨਾਂ ਨੇ ਵੀ ਇਹਦਾ ਅਰਥ ਕੀਤਾ ਹੈ ਭਜ। ਨਾਨਕ ਭਗਵੰਤ ਭਜਨਾਸਨੰਗ। ਅਸਨ ਦਾ ਅਰਥ ਹੁੰਦਾ ਭੋਜਨ, ਆਸਨ ਦਾ ਅਰਥ ਹੁੰਦਾ ਟਿਕਾਣਾ। ਹੁਣ ਇੱਕ ਕੰਨੇ ਲੱਗਣ ਦੀ ਦੇਰ ਹੈ। ਜੇ ਆਪਾਂ ਆਸਨ ਸ਼ਬਦ ਲੈ ਕੇ ਅਰਥ ਕਰਾਂਗੇ ਇਹਦਾ ਮਤਲਬ ਬਣ ਜਾਏਗਾ ਭਜਨ ਦਾ ਟਿਕਾਣਾ। ਹੁਣ ਇੱਥੇ ਪਾ ਕੇ ਭਜਨ ਆਸਨੰਗ, ਪਾਠ ਤਾਂ ਆਸਨੰਗ, ਪਰ ਇਹਦਾ ਅਰਥ ਵਿਦਵਾਨਾਂ ਨੇ ਆਸਨ ਦਾ ਅਰਥ ਕੀਤਾ ਭੋਜਨ। ਹੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਾਣੀ, ਤੂੰ ਆਪਣੇ ਭੋਜਨ ਨੂੰ, ਆਪਣੀ ਖੁਰਾਕ ਨੂੰ ਰੱਬ ਦੀ ਬੰਦਗੀ ਨੂੰ ਬਣਾ ਲੈ। ਜੇ ਕੁਝ ਖਟਣਾ ਚਾਹਨਾ ਤੂੰ ਭੋਜਨ ਰੱਬ ਦਾ ਨਾਮ ਬਣਾ। ਤੇ ਜਿਨ੍ਹਾਂ ਕੋਲ ਰੱਬ ਦਾ ਨਾਮ ਹੈ ਉਹਨਾਂ ਦਾ ਅੰਦਰ ਟਿਕਦਾ ਹੈ, ਉਹਨਾਂ ਦੇ ਅੰਦਰ ਦੀ ਮੈਲ ਨਾਮ ਧੋ ਦਿੰਦਾ ਹੈ। ਤੇ ਜਿਨ੍ਹਾਂ ਦੇ ਅੰਦਰ ਦੀ ਮੈਲ ਧੁੱਪ ਜਾਏ ਨਾ, ਉੱਥੇ ਨਾਮ ਟਿਕ ਜਾਂਦਾ ਹੈ। ਮੈਲੇ ਹਿਰਦੇ ਵਿੱਚ ਨਾਮ ਨਹੀਂ ਤੇ ਮੈਲ ਜਾਣੀ ਕਿਵੇਂ ਨੇ? ਸਾਹਿਬ ਜੀ ਕਹਿੰਦੇ ਨੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਜਿਨੇ ਸਿਮਰਨ ਕੀਤਾ ਨਾਮ ਨੇ ਮੈਲ ਵੀ ਧੋ ਦਿੱਤੀ ਤੇ ਅਗਲੀ ਕਿਰਪਾ ਕਰ ਦਿੱਤੀ। ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਹਿਰਦੇ ਵਿੱਚ ਨਾਮ ਟਿਕ ਗਿਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਬੜੀਆਂ ਭੁੱਲਾਂ ਹੁੰਦੀਆਂ ਨੇ, ਵਿਚਾਰ ਕਰਦੇ ਹਾਂ ਕਿਸੇ ਦੇ ਹਿਰਦੇ ਨੂੰ ਕੋਈ ਇਹੋ ਜਿਹੀ ਬਚਨ ਠੋਕਰ ਮਾਰੇ ਜਿਹਦੇ ਨਾਲ ਉਹਦੀ ਕੋਈ ਤੋਹੀਨ ਮਹਿਸੂਸ ਕਰਦਾ ਹੋਵੇ, ਕਿਰਪਾ ਕਰਕੇ ਬਖਸ਼ ਦਿਓ। ਮੈਂ ਤੁਹਾਡਾ ਬੱਚਾ ਵਾਂ, ਤੁਸੀਂ ਅਸੀਸ ਬਖਸ਼ਣੀ ਹੈ। ਵਾਹਿਗੁਰੂ ਜੀ ਕਾ ਖਾਲਸਾ